ਦੇਸ਼ ਵਿਦੇਸ਼ ਵਿੱਚ ਬਾਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਜੀ ਆਇਆਂ ਸਤਿ ਸ੍ਰੀ ਅਕਾਲ ਦੋਸਤੋ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਇਹ ਜਿਹੜਾ ਪ੍ਰੋਗਰਾਮ ਖਾਸ ਮੁਲਾਕਾਤ ਲੈ ਕੇ ਅਸੀਂ ਹਰ ਰੋਜ਼ ਹਾਜ਼ਰ ਹੁੰਦੇ ਹਾਂ। ਮੈਂ ਜਸਵਿੰਦਰ ਦੂੜਾ ਸਨਮੁਖ ਹਾਂ, ਤੁਹਾਡੇ ਇੱਕ ਨਵਾਂ ਮਹਿਮਾਨ ਲੈ ਕੇ। ਅੱਜ ਸਾਡੇ ਨਾਲ ਨੇ ਸੀਤਾਰਾਮ ਬੰਗਾ ਜੀ। ਸੀਤਾਰਾਮ ਬੰਗਾ ਜੀ ਸੇਵਾ ਮੁਕਤ ਅਧਿਆਪਕ ਹਨ ਅਤੇ ਨਾਲ ਸਾਹਿਤਕਾਰ ਦੀ ਵੀ ਕਰ ਰਹੇ ਹਨ ਅਤੇ ਉਹਨਾਂ ਦੇ ਯੋਗਦਾਨ ਜਿਹੜਾ ਸਾਹਿਤ ਵਿੱਚ ਹੈ ਬਹੁਤ ਉੱਚਾ ਹੈ, ਬਹੁਤ ਪਰਪੱਕ ਹੈ ਅਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਅੱਜ ਸੀਤਾਰਾਮ ਬੰਗਾ ਜੀ, ਸਾਡੇ ਬਾਝ ਟੀਵੀ 'ਤੇ ਤੁਹਾਡਾ ਸਵਾਗਤ ਹੈ। ਮੈਂ ਸੀਤਾਰਾਮ ਬੰਗਾ ਬਾਝ ਟੀਵੀ ਦੇ ਦਰਸ਼ਕਾਂ ਨੂੰ ਅਤੇ ਪ੍ਰਬੰਧਕਾਂ ਨੂੰ ਧੰਨਵਾਦ ਕਹਿੰਦਾ ਹਾਂ ਅਤੇ ਆਸ ਕਰਦਾ ਹਾਂ ਮੈਂ ਜੋ ਆਪਣਾ ਸਾਹਿਤ ਵਿੱਚ ਯੋਗਦਾਨ ਪਾਇਆ ਉਹ ਤੁਸੀਂ ਪਾਠਕਾਂ ਦੇ ਰੂਬਰੂ ਕਰਨ ਵਿੱਚ ਮੇਰੀ ਮਦਦ ਕਰੋਗੇ। ਹੋ ਸਕਦਾ ਇਸ ਦਾ ਆਪਾਂ ਸਭ ਨੂੰ ਲਾਭ ਹੋਵੇ। ਇੰਨਾ ਕਹਿੰਦਾ ਹੋਇਆ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਜੀ। ਸੀਤਾਰਾਮ ਬੰਗਾ ਜੀ, ਸਾਡਾ ਇਹ ਪ੍ਰੋਗਰਾਮ ਖਾਸ ਮੁਲਾਕਾਤ ਹੈ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਸਾਹਿਤਕਾਰ ਦੇ ਜੀਵਨ ਬਾਰੇ, ਉਹਦੀ ਸਾਹਿਤਕ ਰਚਨਾ ਬਾਰੇ ਗੱਲ ਕਰਦੇ ਹਾਂ ਅਤੇ ਗੱਲ ਆਪਾਂ ਸ਼ੁਰੂ ਕਰਦੇ ਹਾਂ ਤੁਹਾਡੀ ਜਿਹੜੀ ਆ ਨਿੱਜੀ ਜ਼ਿੰਦਗੀ ਬਾਰੇ ਤੋਂ ਸ਼ੁਰੂ ਕਰਦੇ ਹਾਂ। ਤੁਹਾਡਾ ਜਿਹੜਾ ਬਚਪਨ ਆ ਉਹ ਕਦੋਂ ਅਤੇ ਕਿੱਥੇ ਸ਼ੁਰੂ ਹੁੰਦਾ ਆ? ਜੀ ਜਸਵਿੰਦਰ ਜੀ, ਜੀ ਮੈਂ ਆਮ ਲੋਕਾਂ ਵਾਂਗ ਹੀ ਜੀਵਿਆ। ਮੈਂ ਨਾ ਇਸ ਤੇ ਕੋਈ ਫਖਰ ਵਾਲੀ ਗੱਲ ਕਰਦਾ ਹਾਂ, ਨਾ ਕੋਈ ਅਫਸੋਸ ਵਾਲੀ ਗੱਲ ਕਰਦਾ ਹਾਂ। ਮੇਰਾ ਜਨਮ 1952 ਵਿੱਚ ਹੋਇਆ ਇੱਕ ਪਿੰਡ ਵਿੱਚ, ਤੇ ਕੁਦਰਤੀ ਤੌਰ ਤੇ ਉਸ ਘਰ ਵਿੱਚ ਪਹਿਲਾਂ ਕੋਈ ਵੀ ਮੈਂਬਰ ਹੈ ਨਹੀਂ ਸੀ। ਮੈਂ ਘਰ ਵਿੱਚ ਆਪਣੇ ਮਾਂ-ਬਾਪ ਦਾ ਇਕੱਲਾ ਹੀ ਪੁੱਤਰ ਹਾਂ। ਇਹਨਾਂ ਕਹਿਣ ਦਾ ਭਾਵ ਇਹ ਹੈ ਕਿ ਜੋ ਮਹੱਤਤਾ ਮੈਨੂੰ ਮਿਲੀ ਮੇਰੇ ਪਾਲਣ ਪੋਸ਼ਣ ਵਿੱਚ ਤਰਜੀਹਾਂ ਦਿੱਤੀਆਂ ਗਈਆਂ ਅਤੇ ਮੈਂ ਉਸ ਘਰ ਦਾ ਧੰਨਵਾਦੀ ਹਾਂ। ਪਰ ਇਸ ਦੇ ਨਾਲ ਹੀ ਮੈਂ ਇਹ ਗੱਲ ਕਹਿਣ ਵਿੱਚ ਵੀ ਖੁਸ਼ੀ ਮਹਿਸੂਸ ਕਰਦਾ ਹਾਂ, ਸਭ ਲੋਕਾਂ ਦਾ ਜੀਵਨ ਤਕਰੀਬਨ ਉਸੇ ਤਰ੍ਹਾਂ ਦਾ ਸੀ। ਮਿਹਨਤੀ ਲੋਕ ਮਿਹਨਤ ਕਰਦੇ ਸਨ ਅਤੇ ਹਰੇਕ ਮਾਂ-ਬਾਪ ਦੀ ਇਹ ਕੋਸ਼ਿਸ਼ ਹੁੰਦੀ ਸੀ ਕਿ ਉਹਨਾਂ ਦਾ ਬੱਚਾ ਜ਼ਿੰਦਗੀ 'ਚ ਵੱਡੀਆਂ ਪ੍ਰਾਪਤੀਆਂ ਕਰੇ। ਸੋ ਮੇਰੇ ਬਾਪ ਨੇ ਵੀ, ਮਾਂ-ਬਾਪ ਨੇ ਮੇਰੇ ਤੋਂ ਵੱਡੀਆਂ ਆਸਾਂ ਰੱਖੀਆਂ ਅਤੇ ਉਹਨਾਂ ਦੀ ਕੁਰਬਾਨੀ ਸਦਕਾ ਹੀ ਅੱਜ ਮੈਂ ਇਸ ਸਥਾਨ 'ਤੇ ਪਹੁੰਚਿਆ ਹਾਂ ਅਤੇ ਆਪ ਸਭ ਦੇ ਰੂਬਰੂ ਹੋਇਆ ਹਾਂ। ਸਭ ਤੋਂ ਪਹਿਲਾਂ ਮੈਂ ਆਪਣੇ ਮਾਂ-ਬਾਪ ਦਾ ਸ਼ੁਕਰਗੁਜ਼ਾਰ ਹਾਂ ਜੀ। ਬੰਗਾ ਸਾਹਿਬ, ਜਿਹੜਾ ਤੁਸੀਂ ਮਾਂ-ਬਾਪ ਦੇ ਬਾਰੇ ਦੱਸਿਆ, ਤੁਹਾਡਾ ਪਿੰਡ ਦਾ ਜਿਹੜਾ ਬਚਪਨ ਸੀ, ਜਿਹੜਾ ਪਿੰਡ ਦਾ ਜਨਮ ਕਿਸ ਪਿੰਡ ਦਾ ਸੀ, ਕਿਸ ਜ਼ਿਲ੍ਹੇ ਦਾ ਸੀਗਾ? ਹਾਂਜੀ, ਮੈਂ ਵੈਸੇ ਦੱਸਣਾ ਨਹੀਂ ਸੀ ਚਾਹੁੰਦਾ ਕਿਉਂਕਿ ਮੈਂ ਕੋਈ ਵਿਸ਼ੇਸ਼ ਵਿਅਕਤੀ ਨਹੀਂ ਹਾਂ। ਜੋ ਮੈਂ ਆਪਣੇ ਮਿੱਤਰਾਂ ਸੱਜਣਾ ਨਾਲ ਗੱਲਾਂ ਕੀਤੀਆਂ, ਉਹਨਾਂ ਦੇ ਸੁਭਾਅ ਬਾਰੇ ਜਾਣਿਆ, ਉਹਨਾਂ ਦੇ ਪਾਲਣ ਪੋਸ਼ਣ ਵਾਲੇ ਜਾਣਿਆ, ਉਹੋ ਜਿਹੀਆਂ ਹਕੀਕਤਾਂ ਮੈਨੂੰ ਭੋਗਣੀਆਂ ਪਈਆਂ। ਕਾਗਜ਼ਾਂ ਦੇ ਅਨੁਸਾਰ ਮੇਰਾ ਜਨਮ 12/12/1952 ਦਾ ਇਸ ਮੌਕੇ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖਾਨਪੁਰ ਵਿਖੇ ਹੋਇਆ ਅਤੇ ਮੇਰੇ ਪਿਤਾ ਜੀ ਦਾ ਨਾਮ ਸ਼੍ਰੀ ਬੂਜਾ ਰਾਮ ਜੀ ਅਤੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਬਾਵੀ ਸੀ, ਜਿਨ੍ਹਾਂ ਨੇ ਹਰੇਕ ਮਾਂ-ਬਾਪ ਵਾਂਗ ਆਪਣੇ ਪੁੱਤਰ ਨੂੰ ਪਾਲਣ ਪੋਸ਼ਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ, ਲਾਡ ਲਡਾਇਆ, ਲਾਡਾ ਨਾ ਪਾਲਿਆ। ਅਤੇ ਇੱਕ ਮੈਂ ਇਸ ਮੌਕੇ ਵਿਸ਼ੇਸ਼ ਤੌਰ 'ਤੇ ਤੁਹਾਡੇ ਧਿਆਨ 'ਚ ਗੱਲ ਲਿਆਉਣੀ ਚਾਹੁੰਦਾ ਹਾਂ ਕਿ ਮੈਂ ਚੌਥੀ ਜਮਾਤ 'ਚ ਪੜ੍ਹਦਾ ਸਾਂ। ਮੇਰੇ ਹਾਣੀ ਜਾਂ ਮੇਰੇ ਤੋਂ 2-4 ਸਾਲ ਵੱਡੇ ਉਹ ਦਿਹਾੜੀ ਦੱਪੇ ਕਰਨ ਲੱਗ ਪਏ ਸਨ। ਮੇਰੀ ਮਾਤਾ ਜੀ ਨੂੰ ਨਹੀਂ ਕਿਹਾ, ਤਾਈ ਤੂੰ ਆਪਣੇ ਬੱਚੇ ਨੂੰ ਜਾਂ ਸੀਤਲ ਨੂੰ ਸਾਡੇ ਨਾਲ ਭੇਜਿਆ ਕਰ, ਕਿਸਾਨਾਂ ਦੇ ਜਾ ਕੇ ਅਸੀਂ ਦਿਹਾੜੀ ਕਰਦੇ ਹਾਂ, ਨਾਲੇ ਉਹ ਰੋਟੀ ਵੀ ਦਿੰਦੇ ਆ ਅਤੇ ਨਾਲੇ ਪੈਸੇ ਵੀ ਦਿੰਦੇ ਆ। ਪਰ ਮੇਰੀ ਮਾਤਾ ਜੀ ਨੇ ਉਹਨਾਂ ਨੂੰ ਦਰਕਾਰ ਦਿੱਤਾ, ਆਖਿਆ ਬਈ ਅਸੀਂ ਤਾਂ ਸੁੱਕੀ ਰੋਟੀ ਜ਼ਰੂਰ ਖਾ ਲਵਾਂਗੇ ਪਰ ਮੈਂ ਤਾਂ ਬੱਚੇ ਨੂੰ ਪੜ੍ਹਾਉਣਾ ਹੈ। ਜਿਨ੍ਹਾਂ ਦੀਆਂ ਆਸ਼ਾਵਾਂ ਨੂੰ ਫੁੱਲ ਲੱਗੇ ਅਤੇ ਮੈਂ ਹਰ ਮੌਕੇ ਉਹਨਾਂ ਨੂੰ ਆਪਣੇ ਚੇਤਿਆਂ 'ਚ ਦੇ ਰੱਖਿਆ। ਹਾਂਜੀ, ਸੁਨਹਿਰੀ ਤਖ਼ਤਾਂ 'ਤੇ ਬਿਠਾ ਰੱਖਿਆ ਹੈ ਜੀ। ਅਤੇ ਗੱਲ ਮਾਂ ਪਿਓ ਦੀ ਜਿਹੜੀ ਅਗਾਂਹ ਵਧੂ ਸੋਚ ਸੀਗੀ, ਉਹ ਉਹਨਾਂ ਨੇ ਨਾ ਕਿ ਕਿਸੇ ਲਾਲਚ ਬਸ ਜਾਂ ਪੈਸਾ ਆਊਗਾ ਬੱਚਾ ਕੰਮ ਕਰੂਗਾ ਉਹਨੂੰ ਛੱਡ ਕੇ ਤੁਹਾਨੂੰ ਪੜ੍ਹਾਈ ਵਿੱਚ ਰੱਖਿਆ। ਅਤੇ ਆਪਾਂ ਗੱਲ ਹੁਣ ਕਰਦੇ ਪੜ੍ਹਾਈ ਲਿਖਾਈ ਬਾਰੇ। ਕਿੱਥੋਂ ਤੱਕ ਪੜ੍ਹੇ ਅਤੇ ਕਿਹੜੇ ਕਾਲਜ ਦੇ ਵਿੱਚ ਜਿਹੜੀ ਗ੍ਰੈਜੂਏਸ਼ਨ ਕੀਤੀ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ, ਫਿਰ ਤੁਸੀਂ B.Ed ਵੀ ਕੀਤੀ ਕਿਉਂਕਿ ਤੁਸੀਂ ਜਿਹੜੇ ਹੈਡਮਾਸਟਰ ਸੇਵਾ ਮੁਕਤ ਹੋਏ, ਅਤੇ ਉਸ ਤੋਂ ਬਾਅਦ ਫਿਰ ਪੜ੍ਹਾਈ ਲਿਖਾਈ ਦਾ ਜਿਹੜਾ ਕਾਰਜ ਕਿੱਦਾਂ ਸ਼ੁਰੂ ਹੁੰਦਾ? ਮੈਂ ਸਮਝਦਾ ਹਾਂ ਕਿ ਵੱਡੇ ਵਿਸਥਾਰ ਦੀ ਲੋੜ ਨਹੀਂ ਹੈ। ਮੈਂ ਆਰਥਿਕ ਤੌਰ 'ਤੇ ਆਮ ਲੋਕਾਂ ਵਾਂਗ ਸੀ ਅਤੇ ਆਮ ਲੋਕਾਂ ਨਾਲੋਂ ਵੀ ਕਈ ਵਾਰ
ਬੁਰੀਆਂ ਹਾਲਤਾਂ ਚੋਂ ਸਾਨੂੰ ਲੰਘਣਾ ਪਿਆ, ਪਰ ਮੈਂ ਉਸ ਸਮੇਂ ਨੂੰ ਵੀ ਕੋਈ ਬੁਰਾ ਨਹੀਂ ਕਹਿੰਦਾ, ਕਿਉਂਕਿ ਉਹ ਤਕਰੀਬਨ ਹਰੇਕ ਤੇ ਇਹੋ ਜਿਹਾ ਸਮਾਂ ਆਉਂਦਾ ਹੈ ਜੀ। ਤੇ ਮੇਰੀ ਪ੍ਰਾਇਮਰੀ ਦੀ ਵਿਦਿਆ ਉਸੇ ਪਿੰਡ ਵਿੱਚ ਹੋਈ ਤੇ ਹਾਈ ਸਕੂਲ ਦੀ ਵਿਦਿਆ ਸਰਕਾਰੀ ਹਾਈ ਸਕੂਲ ਜਗਤਪੁਰ ਵਿਖੇ ਹੋਈ ਤੇ ਇਸ ਤੋਂ ਬਾਅਦ ਡਿਗਰੀ ਮੈਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਾਪਤ ਕੀਤੀ ਤੇ ਬੀਐਡ ਦੀ ਜਿਹੜੀ ਡਿਗਰੀ ਹੈ ਉਹ ਮੈਂ ਰਾਮਗੜੀਆ ਕਾਲਜ ਫਗਵਾੜਾ ਤੋਂ ਪ੍ਰਾਪਤ ਕੀਤੀ। ਪਰ ਇਸ ਦੇ ਨਾਲ ਹੀ ਮੈਂ ਖੁਸ਼ਨਸੀਬ ਹਾਂ ਕਿ ਮੈਨੂੰ ਇਸ ਦੌਰਾਨ ਬਹੁਤ ਵਧੀਆ ਅਧਿਆਪਕ ਮਿਲੇ। ਜੇ ਮੈਂ ਉਹਨਾਂ ਦਾ ਜ਼ਿਕਰ ਨਾ ਕਰਾਂ ਤਾਂ ਮੈਂ ਨਾ ਸ਼ੁਕਰਾ ਹੋਵਾਂਗਾ। ਜੀ ਜੀ। ਜਦੋਂ ਮੈਂ ਪ੍ਰਾਇਮਰੀ ਵਿੱਚ ਪੜ੍ਹਦਾ ਸਾਂ ਤਾਂ ਉਸ ਸਕੂਲ ਦੇ ਪ੍ਰਾਇਮਰੀ ਵਿੱਚ ਸਰਦਾਰ ਸ਼੍ਰੀ ਜਾਗਾ ਰਾਮ ਹੁਣੀ ਮੈਨੂੰ ਯੋਗ ਅਗਵਾਈ ਦੇ ਕੇ ਸਰਕਾਰੀ ਹਾਈ ਸਕੂਲ ਜਗਤਪੁਰ ਛੱਡ ਕੇ ਆਏ ਤੇ ਜਗਤਪੁਰ ਵਿਖੇ ਸਾਡੇ ਹਿਸਾਬ ਮਾਸਟਰ ਜੋ ਸਾਨੂੰ ਮਾਂ-ਬਾਪ ਨਾਲੋਂ ਵੱਧ ਪਿਆਰ ਦਿੱਤਾ ਉਹਨੀ, ਉਹ ਸਾਨੂੰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਦਾਖਲ ਕਰਾ ਕੇ ਆਏ। ਇਸ ਦੇ ਨਾਲ ਹੀ ਮੈਂ ਮਹਿਸੂਸ ਕਰਦਾ ਕਿ ਆਪਣੇ ਸਾਥੀ ਰਵਿੰਦਰ ਚੋਟ ਜੀ ਦਾ ਜ਼ਰੂਰ ਜ਼ਿਕਰ ਕਰਾਂ। ਜੀ ਜੀ। ਇਹ ਮੇਰਾ 6ਵੀਂ ਤੋਂ ਅਸੀਂ ਸਾਥੀ ਬਣੇ ਤੇ ਹੁਣ ਤੱਕ ਨਿਭ ਰਹੇ ਹਾਂ। ਇਹ ਮੇਰਾ ਸਾਥੀ ਐਕਸਾਈਜ਼ ਮਹਿਕਮੇ ਵਿੱਚੋਂ ਐਕਸਾਈਜ਼ ਟੈਕਸੇਸ਼ਨ ਆਫਿਸਰ ਤੋਂ ਅਸਿਸਟੈਂਟ ਕਮਿਸ਼ਨਰ ਵਜੋਂ ਰਿਟਾਇਰ ਹੋਇਆ ਤੇ ਹਾਲੇ ਤੱਕ ਸਾਡੀ ਭਰਾਵਾਂ ਵਾਂਗ ਨਿਭਦੀ ਹੈ। ਮੇਰੇ ਜ਼ਿਕਰ ਕਰਨ ਦਾ ਮਤਲਬ ਇਹ ਹੈ ਕਿ ਜੇ ਤੁਹਾਡੀ ਜ਼ਿੰਦਗੀ 'ਚ ਕੋਈ ਚੰਗਾ ਵਿਅਕਤੀ ਆ ਜਾਵੇ ਤਾਂ ਉਹ ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ, ਸੋਨੇ ਦੇ ਸੁਹਾਗੇ ਵਾਂਗ ਚਮਕਾ ਦਿੰਦਾ ਹੈ ਤੇ ਤੁਸੀਂ ਗਲਤ ਲੀਹਾਂ ਤੇ ਤੁਰਦੇ। ਇਸੇ ਤਰ੍ਹਾਂ ਮੇਰੇ ਸਾਥੀ ਨੇ ਮੈਨੂੰ ਬਹੁਤ ਯੋਗ ਅਗਵਾਈ ਦਿੱਤੀ ਸਾਹਿਤ ਦੇ ਖੇਤਰ 'ਚ, ਵਿਦਿਆ ਦੇ ਖੇਤਰ 'ਚ। ਭਾਵੇਂ ਕਿ ਹੁਣ ਅਸੀਂ ਇੱਕ ਦੂਜੇ ਤੋਂ ਘੱਟ ਨਹੀਂ ਤੇ ਉਹ ਵੀ ਮੈਨੂੰ ਕਿਸੇ ਤਰ੍ਹਾਂ ਘੱਟ ਨਹੀਂ ਸਮਝਦਾ। ਜ਼ਿੰਦਗੀ ਵਿੱਚ ਵੀ ਤੇ ਜੀਵਨ ਦੇ ਖੇਤਰ ਵਿੱਚ ਵੀ ਮੈਂ ਸੋਚਦਾ ਇਹ ਗੱਲ ਕਰਕੇ ਕਿ ਤੁਹਾਡੇ ਨਾਲ ਕਿ ਤੁਸੀਂ ਵੀ ਖੁਸ਼ਨਸੀਬ ਹੋਵੋ ਜੇ ਤੁਹਾਨੂੰ ਇਹੋ ਜਿਹਾ ਦੋਸਤ ਮਿਲ ਜਾਵੇ। ਬਿਲਕੁਲ ਸਹੀ ਗੱਲ ਹੈ। ਜੇ ਤੁਹਾਡੇ ਸੰਗੀ ਸਾਥੀ ਚੰਗੇ ਆ, ਤੁਹਾਨੂੰ ਚੰਗੀਆਂ ਰਾਹਾਂ ਤੇ ਲੈ ਕੇ ਜਾਂਦੇ ਆ। ਜੇ ਸੰਗੀ ਸਾਥੀ ਮਾੜੀ ਸੰਗਤ ਹੈ ਤਾਂ ਮਾੜੀਆਂ ਰਾਹਾਂ ਤੇ ਉਹ ਤੁਸੀਂ ਗਲਤ ਰਸਤੇ 'ਤੇ ਤੁਰ ਜਾਂਦੇ ਆ, ਨਸ਼ਿਆਂ ਵੱਲ ਤੁਰ ਜਾਓਗੇ ਜਾਂ ਕਿਸੇ ਹੋਰ ਗਲਤ ਰਸਤਿਆਂ 'ਤੇ ਚੋਰੀ ਚਕਾਰੀ ਵੱਲ ਤੁਰ ਜਾਓਗੇ। ਜੇ ਤੁਹਾਡੇ ਸੰਗੀ ਸਾਥੀ ਚੰਗੇ ਆ ਤਾਂ ਤੁਹਾਨੂੰ ਜਿਹੜੀ ਆ ਗਾਹਾਂ ਵਧੂ ਰਸਤਿਆਂ ਵਿੱਚ ਕਰਨਗੇ। ਜੀ। ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ, ਮੇਰੇ ਮੂੰਹ ਤੇ ਹਾਸਾ ਵੀ ਤੁਸੀਂ ਦੇਖ ਲਿਆ ਹੋਣਾ। ਜੀ ਜੀ ਜੀ। ਬੀਐਡ ਅਸੀਂ ਪੜ੍ਹਦੇ ਸੀਗੇ ਰਾਮਗੜੀਆ ਕਾਲਜ ਫਗਵਾੜਾ ਵਿਖੇ ਤੇ ਸ਼ਮਸ਼ੇਰ ਸਿੰਘ ਸੰਧੂ ਜੋ ਅੱਜ ਵਿਸ਼ਵ ਵਿੱਚ ਮੈਨੂੰ ਲੱਗਦਾ ਉਹਦਾ ਨਾਂ ਹੈ ਗੀਤਾਂ ਦੇ ਖੇਤਰ 'ਚ, ਉਹ ਮੇਰਾ ਕਲਾਸ ਫੈਲੋ ਹੈ ਤੇ ਕਾਲਜ ਵੱਲੋਂ ਮੈਗਜ਼ੀਨ ਨਿਕਲਦਾ ਸੀਗਾ। ਉਹਦੇ ਵਿੱਚ ਸੰਧੂ ਸਾਹਿਬ ਜੀ ਐਡੀਟਰ ਸੀਗੇ ਤੇ ਮੇਰੀ ਰਚਨਾ ਸਰਬੋਤਮ ਆਈ ਸੀਗੀ। ਮੈਂ ਇੱਕ ਨਾਟਕ ਲਿਖਿਆ ਸੀਗਾ ਤੇ ਪਰ ਜ਼ਿੰਦਗੀ ਵਿੱਚ ਵਿਚਰਦਿਆਂ ਮੈਨੂੰ ਕੁਝ ਇਹੋ ਜਿਹੇ ਤਜਰਬੇ ਹੋਏ ਕਿ ਹਰੇਕ ਸ਼ੌਕ ਦਾ ਆਪੋ ਆਪਣਾ ਥਾਂ ਹੈ। ਮੈਂ ਜ਼ਿੰਦਗੀ ਵਿੱਚ ਸਿਹਤ ਨੂੰ ਮੈਨੂੰ ਅਫਸੋਸ ਵੀ ਹੈ ਉਨਾ ਧਿਆਨ ਨਹੀਂ ਦੇ ਸਕਿਆ ਜਿੰਨਾ ਸੇਵਾ ਮੁਕਤ ਹੋ ਕੇ ਧਿਆਨ ਦੇ ਰਿਹਾ ਹਾਂ। ਹੋ ਸਕਦਾ ਮੇਰੇ ਪਹਿਲੇ ਜੀਵਨ ਵਿੱਚ ਵੱਡੀਆਂ ਪ੍ਰਾਪਤੀਆਂ ਹੋ ਜਾਂਦੀਆਂ, ਪਰ ਇਹਦੇ ਨਾਲ ਮੈਨੂੰ ਫਖਰ ਵੀ ਹੈ ਵੀ ਜ਼ਿੰਦਗੀ ਵਿੱਚ ਮੈਂ ਵਿਸ਼ੇਸ਼ ਤੌਰ ਤੇ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਕਿਸ ਤਰ੍ਹਾਂ ਊਣਾ ਨਹੀਂ ਰੱਖਿਆ। ਮੇਰੇ ਬੱਚੇ ਵੀ ਪੜ੍ਹ ਗਏ ਹਨ ਤੇ ਉਸ ਸਿਰ ਉੱਤੇ ਛੱਤ ਵੀ ਪੈ ਗਈ ਹੈ ਤੇ ਪਰਿਵਾਰ ਵੀ ਮੇਰਾ ਠੀਕ ਹੈ, ਮੇਰੀ ਘਰ ਵਾਲੀ ਵੀ ਠੀਕ ਹੈ। ਇਸ ਪੱਖੋਂ ਮੈਂ ਹਰ ਵੇਲੇ ਪਰਮਾਤਮਾ ਦਾ ਵੀ ਧੰਨਵਾਦ ਕਰਦਾ ਹਾਂ। ਇੱਕ ਮੈਂ ਆਫ ਦੀ ਰਿਕਾਰਡ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਜੇ ਤੁਹਾਨੂੰ ਪ੍ਰਵਾਨ ਹੋਵੇ। ਉਹ ਹੈ ਮੇਰੇ ਬੱਚਿਆਂ ਦੀ ਪੜ੍ਹਾਈ ਬਾਰੇ। ਮੇਰੇ ਬੱਚੇ ਮੁੱਢਲੇ ਤੌਰ ਤੇ ਆਮ ਲੈਵਲ ਦੇ ਸਨ, IQ ਉਹਨਾਂ ਦਾ, ਪਰ ਜ਼ਿੰਦਗੀ 'ਚ ਮੈਂ ਤੇ ਮੇਰੀ ਪਤਨੀ ਦੋਵੇਂ ਅਸੀਂ ਅਧਿਆਪਕ ਸਾਂ ਤੇ ਪਤਾ ਨਹੀਂ ਬੱਚਿਆਂ ਦੇ ਮਨ 'ਚ ਕਿਹੜੀ ਗੱਲ ਆ ਗਈ ਕਿ ਸਾਡੇ ਪਿਤਾ ਮਾਤਾ ਅਧਿਆਪਕ ਹਨ। ਉਹਨਾਂ ਨੇ ਥੋੜ੍ਹੀ ਜਿਹੀ ਮਿਹਨਤ ਕਰਨ 'ਚ ਅਵੇਸਲਾਪਣ ਦਿਖਾ ਲਿਆ, ਪਰ ਮੇਰੀ ਪਤਨੀ ਨੇ ਵੀ ਅਤੇ ਮੈਂ ਵੀ ਬੱਚਿਆਂ ਨੂੰ ਸ਼ਰੇਆਮ ਕਹਿ ਦਿੱਤਾ ਕਿ ਤੁਸੀਂ ਜ਼ਿੰਦਗੀ 'ਚ ਜੇ ਸਫਲ ਹੋਣਾ ਤਾਂ
ਹੁਣ ਭਾਵੇਂ ਪਾਸ ਹੋਏ ਹੋ ਚਾਹੇ ਫੇਲ ਹੋਏ, ਅਸੀਂ ਤੁਹਾਡੀ ਮਦਦ ਕਿਸੇ ਤਰ੍ਹਾਂ ਵੀ ਬਿਲਕੁਲ ਨਹੀਂ ਕਰਨੀ ਨਹੀਂ ਕਰਨੀ। ਤੇ ਨਾ ਹੀ ਕੀਤੀ। ਜੀ। ਪਰ ਘਰ ਅਸੀਂ ਜ਼ਰੂਰ ਪੜਾਇਆ ਤੇ ਮੈਂ ਅੱਜ ਫਖਰ ਨਾਲ ਕਹਿ ਰਿਹਾ ਮੇਰੀ ਪੁੱਤਰੀ 골ਡ ਮੈਡਲ ਤੱਕ ਪਹੁੰਚੀ ਤੇ ਜੌਬ ਕਰ ਰਹੀ ਆ। ਦੂਸਰੀ ਇਹ ਡਾਕਟਰ ਹੈ, ਦੂਸਰੀ ਬੱਚੀ ਮੇਰੀ ਬੈਂਕ ਵਿੱਚ ਅਫਸਰ ਹੈ ਤੇ ਮੇਰੀ ਕਾਕਾ ਵੀ ਡਾਕਟਰ ਹੈ, ਮੇਰੀ ਨੂੰਹ ਵੀ ਡਾਕਟਰ ਹੈ। ਤੇ ਮੈਂ ਹੁਣ ਮਹਿਸੂਸ ਕਰਦਾ ਵੀ ਜੇ ਮੈਂ ਸਿਹਤ ਵੱਲ ਵੱਧ ਸਮਾਂ ਵੀ ਦੇਵਾਂ ਤੇ ਜਿਹੜੀ ਜ਼ਿੰਦਗੀ ਦੀ ਇਬਾਰਤ ਪਰਮਾਤਮਾ ਨੇ ਮੇਰੇ ਤੋਂ ਸਮਾਜਿਕ ਜੀਵਨ ਵਿੱਚ ਲਿਖਾਈ ਹੈ, ਸ਼ਾਇਦ ਉਹ ਉਨੀ ਉਗੜਵੀਂ ਨਾ ਹੁੰਦੀ। ਸਾਹਿਤਕ ਰਚਨਾਵਾਂ ਭਾਵੇਂ ਵਧੀਆ ਹੁੰਦਾ, ਪਰ ਮੈਂ ਮਹਿਸੂਸ ਕਰਦਾ ਵੀ ਮੈਂ ਵੀ ਇਹ ਫਰਜ਼ ਨਿਭਾ ਕੇ ਖੁਸ਼ ਹਾਂ। ਚਲੋ ਤੁਸੀਂ ਜਿਹੜਾ ਸਾਹਿਤ ਉਹ ਦੇਰ ਆਏ ਦਰੁਸਤ ਆਏ ਫਿਰ ਵੀ ਆਏ ਜਦੋਂ ਆਏ ਆ, ਤੇ ਜਿਹੜਾ ਤਵੱਜੋ ਜਿਹੜੀ ਸੀ ਪਰਿਵਾਰ ਵੱਲ ਜ਼ਿਆਦਾ ਸੀਗੀ। ਜਿਹੜੇ ਬੱਚਿਆਂ ਨੂੰ ਜਿਹੜਾ ਆਪਣੇ ਅਧਿਆਪਕ ਹੋਣ ਦਾ ਕੋਈ ਉਹਨਾਂ ਨੂੰ ਵੱਖਰਾ ਨਹੀਂ ਬੈਨੀਫਿਟ ਨਹੀਂ ਦਿੱਤਾ ਵੀ ਪੜ੍ਹਨਾ ਜਿਸ ਤਰ੍ਹਾਂ ਬਾਕੀ ਬੱਚੇ ਕਰਦੇ ਆ ਉਸੇ ਤਰ੍ਹਾਂ ਤੁਸੀਂ ਵੀ ਪੜ੍ਹਨਾ। ਤੇ ਆਪਣੀ ਹੁਣ ਆਪਾਂ ਗੱਲ ਕਰਦੇ ਹਾਂ ਆਪਣੀ ਤੁਹਾਡੀ ਕਵਿਤਾ ਬਾਰੇ, ਜਿਹੜੀ ਸਾਹਿਤਕਾਰੀ ਬਾਰੇ। ਤੁਹਾਡੀਆਂ ਆਪਣੀਆਂ 4 ਪੁਸਤਕਾਂ ਤੇ 2 ਤੁਹਾਡੀਆਂ ਸਾਂਝੇ ਕਾਵਿ ਸੰਗ੍ਰਹਿ ਆ। ਪਹਿਲਾ ਤੁਹਾਡਾ ਕਾਵਿ ਸੰਗ੍ਰਹਿ ਕਦੋਂ ਆਉਂਦਾ, ਜਿਹੜਾ ਦਰਸ਼ਕਾਂ ਦੀ ਤੁਸੀਂ ਜਾਂ ਪਾਠਕਾਂ ਦੀ ਝੋਲੀ ਕਦੋਂ ਪਾਉਂਦੇ ਆ, ਤੇ ਉਸ ਦਾ ਨਾਂ ਕੀ ਸੀਗਾ? ਮੈਂ ਅੱਜ ਫਰੈਂਕਲੀ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਜੀ। ਸਾਹਿਤ ਨਾਲ ਲਗਾਓ ਤਾਂ ਮੇਰਾ ਤਕਰੀਬਨ 12ਵੀਂ 'ਚ ਹੋ ਗਿਆ ਸੀਗਾ। ਸਰਕਾਰੀ ਇੱਥੇ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਜੋ ਮੈਗਜ਼ੀਨ ਨਿਕਲਦਾ ਉਹਦੇ ਵਿੱਚ ਵੀ ਮੇਰੀ ਰਚਨਾਵਾਂ ਛਪੀਆਂ ਸਨ। ਨਾਟਕ ਛਪਿਆ ਤੁਹਾਡਾ ਉਹਦੇ ਵਿੱਚ ਸੀਗਾ ਕਹਿੰਦੇ? ਨਾਟਕ B.Ed ਮੌਕੇ ਛਪਿਆ ਸੀਗਾ। ਤੇ ਮੇਰੀ ਇੱਕ ਰਚਨਾ ਜਿਸ ਮੌਕੇ ਮੈਂ ਜ਼ਿੰਦਗੀ 'ਚ ਤਕਰੀਬਨ ਸੈਟਲ ਜਿਹਾ ਹੋ ਗਿਆ, ਲਿਖੀ ਮੈਂ ਖੁੱਲੀ ਕਵਿਤਾ। ਉਸ ਪੁਸਤਕ ਉਸ ਕਵਿਤਾ ਵਿੱਚ ਜੋ ਆਪਣੀ ਕਾਲਪਨਿਕ ਉਡਾਰੀ ਹੁੰਦੀ ਆ ਉਹ ਭਰੀ ਗਈ। ਉਹ ਮੈਂ ਹਾਲੇ ਤੱਕ ਨਹੀਂ ਭਰ ਸਕਿਆ। ਮੈਨੂੰ ਹੈਰਾਨੀ ਵੀ ਹੁੰਦੀ ਹੈ ਵੀ ਉਹ ਕਵਿਤਾ ਕਿਵੇਂ ਲਿਖੀ ਗਈ, ਪਰ ਮੈਂ ਖੁਸ਼ ਹਾਂ ਕਿ ਉਹ ਇੱਕ ਕਿਸਮ ਦੀ ਮੇਰੇ ਲਈ ਰੋਸ਼ਨੀ ਦਾ ਮਨਾਰਾ ਸਾਬਤ ਹੋਈ ਆ। ਮੈਂ ਜਿਨ੍ਹਾਂ ਮਹਿਫਲਾਂ ਵਿੱਚ ਪਹਿਲਾਂ ਸਾਂਝੀਆਂ ਕੀਤੀਆਂ, ਮੇਰੀ ਕਵਿਤਾ ਨੂੰ ਬਹੁਤ ਤਰਜੀਹ ਦਿੱਤੀ ਗਈ। ਜੇ ਹੁਣ ਵੀ ਚਾਹੋ ਤਾਂ ਮੈਂ 2 ਸ਼ਬਦ ਤੁਹਾਡੇ ਨਾਲ, ਉਹ ਮੇਰੀ ਮੁੱਢਲੀ ਕਵਿਤਾ ਹੈ। ਮੈਂ ਜਿੰਨੀ ਮਰਜ਼ੀ ਮਿਹਨਤ ਕਰ ਲਵਾਂ, ਜਿੱਥੇ ਮਰਜ਼ੀ ਪਹੁੰਚ ਜਾਵਾਂ, ਪਰ ਉਹ ਕਵਿਤਾ ਜਿਹੜੀ ਆ ਮੇਰੇ ਲਈ ਇੱਕ ਨੀਂਹ ਪੱਥਰ ਸਾਬਤ ਹੋਈ ਆ। ਬਿਲਕੁਲ ਆਪਾਂ ਦਰਸ਼ਕਾਂ ਨਾਲ ਉਸ ਕਵਿਤਾ ਦੀ ਸਾਂਝ ਪਾਉਂਦੇ ਆ। ਤੇ ਉਹ ਜਿਹੜੀ ਕਵਿਤਾ ਤੁਸੀਂ ਪਹਿਲੀ ਲਿਖੀ ਸੀ, ਦਰਸ਼ਕੋ ਆਓ ਸੀਤਲ ਬੰਗਾ ਜੀ ਹੁਣਾਂ ਕੋਲ ਆਪਾਂ ਉਹ ਕਵਿਤਾ ਸੁਣਦੇ। ਇਹਨਾਂ ਦੀ ਪਹਿਲੀ ਜਿਹੜੀ ਆ ਕਵਿਤਾ ਪਹਿਲੀ ਪੁਸਤਕ ਦੇ ਵਿੱਚੋਂ ਸੰਗ੍ਰਹਿ ਦੇ ਵਿੱਚੋਂ। ਹਾਂਜੀ, ਜਿਹੜੀ ਕਵਿਤਾ ਦਾ ਵਿਸ਼ਾ ਉਦੋਂ ਸੀਗਾ ਕਾਲਜ ਟਾਈਮ ਨਹੀਂ ਲਿਖੀ ਹੋਈ ਸੀਗੀ। ਤੇ ਇਹ ਕਵਿਤਾ ਮੈਂ 1996 'ਚ ਲਿਖੀ ਸੀਗੀ ਜੀ। ਮੈਂ ਕਵਿਤਾ ਸਾਰੀ ਨਹੀਂ ਸਾਂਝੀ ਕਰਦਾ ਜੀ। ਇਹ ਅਸਲ 'ਚ ਜਦੋਂ ਕੋਈ ਬੰਦਾ ਆਪਣੀ ਮਾਤ ਭੂਮੀ ਛੱਡ ਕੇ ਦੂਸਰੇ ਥਾਂ ਜਾਂਦਾ, ਬਿਲਕੁਲ ਮੈਂ ਉਹ ਪੀੜ ਮਹਿਸੂਸ ਕੀਤੀ। ਹੁਣ ਪਿਆਰੇ ਦਰਸ਼ਕੋ ਤੁਸੀਂ ਮਹਿਸੂਸ ਕਰੋ, ਜਦੋਂ ਕੋਈ ਬੰਦਾ ਆਪਣਾ ਘਰ ਛੱਡ ਕੇ ਦੂਸਰੇ ਮੁਲਕਾਂ ਵਿੱਚ ਜਾਂਦਾ, ਉਨੀ ਉਹ ਪੀੜ ਕਿਵੇਂ ਬਰਦਾਸ਼ਤ ਕਰਦਾ ਹੋਊਗਾ। ਮੇਰੇ ਤੋਂ ਤਾਂ ਇਹੀ ਨਹੀਂ ਝੱਲ ਹੋਈ ਕਿ ਮੈਂ ਆਪਣਾ ਪਿੰਡ ਛੱਡ ਕੇ ਸਿਰਫ ਫਗਵਾੜੇ ਹੀ ਪਹੁੰਚਿਆ। ਤੇ ਇੱਕ ਤੁਹਾਡੇ ਨਾਲ ਪੀੜਤ ਪਲ ਮੇਰੇ ਉਹ ਸੀਗੇ ਜਦੋਂ ਮੈਂ ਅੱਧੀ ਰਾਤ ਨੂੰ ਆਪਣਾ ਪਿੰਡ ਛੱਡਿਆ ਜੀ। ਪਤਾ ਨਹੀਂ ਹੈ ਲੋਕਾਂ ਨੇ ਮੈਨੂੰ ਇੰਨਾ ਪਿਆਰ ਕਿਵੇਂ ਦਿੱਤਾ। ਜ਼ਿਮੀਂਦਾਰ ਵੀ, ਹੋਰ ਜਾਤਾਂ ਦੇ ਲੋਕ ਵੀ ਸਾਰੇ ਅੱਧੀ ਰਾਤ ਨੂੰ ਮੈਨੂੰ ਵਿਦਿਆ ਕਰਨ ਆਏ। ਸਾਂਝ ਜਿਹੜੀ ਸੀਗੀ ਉਹ ਸੀ। ਹਾਂਜੀ, ਅੱਧੀ ਰਾਤ ਨੂੰ ਵਿਦਿਆ ਕਰਨ ਆਏ। ਟਰਾਲੀ 'ਚ ਅਸੀਂ ਸਮਾਨ ਰੱਖਿਆ, ਉਹਨਾਂ ਦੇ ਹੰਝੂ ਨਹੀਂ ਸੀ ਰੁਕ ਰਹੇ ਜੀ। ਮੈਂ ਕਿਵੇਂ ਆਪਣੇ ਰੁਕਦਾ ਹੰਝੂ। ਤੇ ਉਸ ਹੰਝੂਆਂ ਦੀ ਪੀੜੀ ਵਿੱਚੋਂ ਇਸ ਕਵਿਤਾ ਨੇ ਜਨਮ ਲਿਆ। ਮੈਂ ਆਪਣੇ ਮਿੱਤਰਾਂ ਸੱਜਣਾ ਜ਼ਿਮੀਂਦਾਰ ਦੋਸਤਾਂ ਸਾਰਿਆਂ ਨੂੰ ਕਿਹਾ ਵੇ ਭਾਈ ਮੈਂ ਤਾਂ 20 ਮਿੰਟ ਦੀ ਦੇਰੀ ਤੇ ਆ, ਤੁਸੀਂ ਘੰਟੀ ਖੜਕਾਇਓ, ਮੈਂ ਤੁਹਾਡੇ ਮੋਰੇ ਹੱਥ ਬੰਨ ਕੇ ਹਾਜ਼ਰ ਹੋਊਂਗਾ। ਉਸ ਪੀੜਾ ਨੂੰ ਵਿਅਕਤ ਕਰਦਾ ਜੀ ਕਵਿਤਾ। ਹਾਂ, ਮੈਂ ਅਧੂਰੀ ਕਿ ਛੱਡੂੰਗਾ, ਬਾਕੀ ਤੁਸੀਂ ਪੂਰੀ ਕਰ ਲੈਣੀ ਆ। ਨਹੀਂ ਤੁਸੀਂ ਹਾਂਜੀ। ਹੁਣ ਮੈਨੂੰ ਥਲਾਂ ਦੀ ਤਲਖ ਹਨੇਰੀ ਨਹੀਂ ਸਾੜਦੀ ਜੀ, ਤੇ ਨਾ ਹੀ ਸਮੁੰਦਰਾਂ ਦਾ ਪਾਣੀ ਲੱਗਦਾ ਹੈ ਖਾਰਾ। ਪਰ ਜਦ ਵੀ ਮੈਨੂੰ ਉਹ ਐਦ ਯਾਦ ਆਉਂਦਾ ਹੈ, ਮੇਰੀਆਂ ਅੱਖਾਂ 'ਚ ਹੰਝੂਆਂ ਦਾ ਦਰਿਆ ਵਗਦਾ ਹੈ, ਮੇਰੇ ਸਾਹਾਂ 'ਚ ਤੇਜ਼ੀ ਆ ਜਾਂਦੀ ਹੈ, ਤੇ ਸਿਮਰਤੀਆਂ ਦੇ ਘੋੜੇ ਲਗਾਮ ਪਾਉਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਇਹ ਸਿਮਰਤੀਆਂ ਦਾ ਘੋੜਾ ਬਾਜ ਬਣ ਕੇ ਉੱਡ ਪੈਂਦਾ, ਤੇਰੇ ਸ਼ਹਿਰ ਦੀ ਜੂਹ ਤੱਕ ਪਹੁੰਚਣ ਦੀ ਅਸਫਲ ਕੋਸ਼ਿਸ਼। ਬਹੁਤ ਅੱਛਾ, ਬਹੁਤ ਵਧੀਆ। ਸਾਰੀ ਸੁਣਾਵਾਂ? ਹਾਂਜੀ ਹਾਂਜੀ ਬਿਲਕੁਲ ਸੁਣਾਓ। ਹਾਂਜੀ ਹਾਂਜੀ।
ਪਰ ਇਹ ਮੈਂ ਇਸ ਨੂੰ ਲਗਾਮ ਪਾਉਣ ਦੀ ਕੋਸ਼ਿਸ਼ ਕਰਦਾ ਹਾਂ ਜੀ। ਹਾਂਜੀ ਲਾ ਲਓ ਐਨਕ ਲਾ ਲਓ ਤੁਸੀਂ, ਕੋਈ ਗੱਲ ਨਹੀਂ, ਜੇ ਪ੍ਰੋਬਲਮ ਇਹਦੀ ਲਾ ਲਓ ਐਨਕ। ਪਰ ਇਹ ਬਾਜ ਵਾਂਗ ਉੱਡ ਪੈਂਦਾ ਤੇਰੇ ਸ਼ਹਿਰ ਦੀ ਜੂਹ ਤੱਕ ਪਹੁੰਚਣ ਦੀ ਅਸਫਲ ਕੋਸ਼ਿਸ਼ ਕਰਦਾ ਜੀ। ਮੈਂ ਬਹੁਤ ਕਿਹਾ ਕਿ ਮੇਰੇ ਪੈਰੀਂ ਅਹਿਦ ਦੀਆਂ ਬੇੜੀਆਂ ਹਨ, ਸ਼ਹਿਰ ਦੀ ਜੂਹ ਤੇ ਰਾਖਾ ਬੈਠਾ ਹੈ ਜੋ ਅਹਿਦਨਾਮਾ ਵਿਖਾ ਦਿੰਦਾ ਹੈ, ਪਰ ਇਹ ਬੇਸਬਰਾ ਹੈ, ਇਹ ਚੰਚਲ ਹੈ। ਇਸ ਨੂੰ ਸਮਝਾਇਆ ਕਿ ਉਸ ਅਹਿਦ ਦਾ ਜਿਸਮ ਕੱਚ ਦਾ ਹੈ ਜੀ ਤੇ ਇਬਾਰਤ ਹਵਾ 'ਚ ਲਿਖੇ ਹਰਫਾਂ ਤੋਂ ਵੀ ਮਨਫੀ ਹੈ ਜੀ। ਇਹ ਹੈ ਕਿ ਮੈਂ ਮੁੜ ਕੇ ਆਉਂਗਾ, ਚਾਨਣ ਦਾ ਰੱਥ ਬਣਾ ਕੇ, ਕਿਰਨਾਂ ਦੇ ਘੋੜੇ ਲਾ ਕੇ, ਮੈਂ ਮੁੜ ਕੇ ਆਉਂਗਾ ਜੀ। ਹਾਲੇ ਤਾਂ ਉਸ ਰੱਥ ਦੀ ਮੇਖ ਵੀ ਮੇਰੇ ਹੱਥ ਨਹੀਂ ਆਈ ਅਤੇ ਨਾ ਹੀ ਮੈਨੂੰ ਕੋਈ ਰੱਥ ਵਿੱਚ ਲਾਉਣ ਲਈ ਲੱਕੜ ਦੀ ਤੀਲੀ ਮਿਲੀ ਹੈ। ਮੈਂ ਬਹੁਤ ਸ਼ਰਮਸਾਰ ਹਾਂ। ਮੇਰੇ ਅਹਿਦ ਦੇ ਸਖਣੇ ਪੱਲੇ ਹਨ, ਮੇਰੇ ਅਹਿਸਾਸ ਵੀ ਕਲਮ ਕੱਲੇ ਹਨ। ਇੱਥੇ ਸਿਖਰ ਦੁਪਹਿਰ ਵਿੱਚ ਲੋਕਾਂ ਦੇ ਸ਼ਹਿਰ ਵਿੱਚ ਇੱਕ ਜੰਗਲ ਜਿਹਾ ਪਸਰਿਆ ਹੈ। ਇੱਥੇ ਹਰ ਮਨੁੱਖ ਮੁਖੌਟੇ ਪਹਿਨ ਫਿਰਿਆ ਹੈ। ਮੁਖੌਟਿਆਂ ਦੀ ਭਰਮਾਰ ਵਿੱਚ ਜੀ ਹੀ ਨਹੀਂ ਸਕਦੇ। ਇਹ ਲੋਕ ਜ਼ਹਿਰ ਦੇ ਆਦੀ ਹੋ ਗਏ ਹਨ, ਅੰਮ੍ਰਿਤ ਪੀ ਹੀ ਨਹੀਂ ਸਕਦੇ। ਮਾਂ ਤੇਰੇ ਪੁੱਤ ਦਾ ਪਹਿਰਾਵਾ ਗਵਾਚ ਗਿਆ ਹੈ, ਫਿਰ ਉਸ ਦਾ ਸਰਨਾਵਾ ਗਵਾਚ ਗਿਆ ਹੈ, ਬਸ ਉਸ ਦਾ ਸਭ ਕੁਝ ਗਵਾਚ ਗਿਆ ਹੈ। ਥਰਕ ਦੇ ਪੈਰਾਂ ਵਿੱਚ ਮਜਬੂਰੀ ਦੇ ਭਾਰੇ ਪੱਥਰ ਵੱਜ ਗਏ ਹਨ। ਵੰਜਲੀ ਦੀ ਸੁਰ ਦੀ ਥਾਂ ਮਸ਼ੀਨ ਦੀ ਖੜਖੜ ਨੇ ਲੈ ਲਈ ਹੈ। ਦੂਰ ਕਿਤੇ ਆਸ ਦਾ ਜੁਗਨੂ ਜਗਦਾ ਲੱਗਦਾ ਹੈ। ਬਸ ਉਸ ਰੱਬ ਵਰਗੇ ਦੇ ਆਸਰੇ ਸਾਹਾਂ ਦੀ ਤੰਦ ਚੱਲਦੀ ਹੈ। ਹੁਣ ਸ਼ਾਇਦ ਨਵਾਂ ਅਹਿਦਨਾਮਾ ਲਿਖਣਾ ਪਵੇਗਾ। ਹੁਣ ਤਾਂ ਤੇਰੇ ਮੌਸਮ ਨੇ ਵੀ ਮੈਨੂੰ ਪਹਿਚਾਨਣ ਤੋਂ ਇਨਕਾਰੀ ਹੋਣਾ ਹੈ। ਤੂੰ ਵੀ ਤੇ ਉਹ ਨਹੀਂ ਰਹੀ ਹੋਣੀ। ਇਹ ਨੈਣਾ ਮਤ ਛੋਇਓ ਤਾਂ ਚੰਗਾ ਹਾਲ ਨਹੀਂ ਹੋਣਾ। ਪਰ ਹੁਣ ਤੇ ਮੈਂ ਮਾਫੀਨਾਮਾ ਹੀ ਲਿਖਦਾ ਹਾਂ। ਮੈਂ ਅਹਿਦ ਤੋਂ ਮੁੱਕਰਦਾ ਨਹੀਂ, ਪਰ ਅਧੂਰੇ ਅਹਿਦ ਕਰਕੇ ਤੇਰੀ ਜੂਹ ਤੇ ਬੈਠੇ ਰਾਖੇ ਮੈਨੂੰ ਜੂਹ 'ਚ ਨਹੀਂ ਵੜਨ ਦੇਣਗੇ। ਮੈਂ ਹੁਣ ਇਹ ਅਹਿਦ ਕਰਦਾ ਹਾਂ ਕਿ ਮਾਂ ਤੂੰ ਮੇਰੀ ਉਡੀਕ ਨਾ ਕਰੀ ਜੀ। ਬਹੁਤ ਵਧੀਆ। ਤੇ ਨਾ ਸੈੱਲ ਹੋ ਜਾਵੀਂ। ਮੈਂ ਕੋਈ ਰਾਮ ਨਹੀਂ ਹਾਂ। ਹੁਣ ਤਾਂ ਬਗਾਨੇ ਵਿਹੜੇ ਕੱਲ ਪੁਰਜਾ ਬਣ ਗਿਆ ਹਾਂ। ਕੱਲ ਪੁਰਜੇ ਜੋ ਜਿਉਂਦੇ ਨਹੀਂ ਹੁੰਦੇ, ਜਿਨ੍ਹਾਂ ਦੇ ਦਿਲ ਨਹੀਂ ਹੁੰਦੇ, ਜਿਨ੍ਹਾਂ ਦੇ ਮਨ ਨਹੀਂ ਹੁੰਦੇ, ਜਿਨ੍ਹਾਂ ਦੇ ਅਹਿਸਾਸ ਨਹੀਂ ਹੁੰਦੇ, ਜਿਨ੍ਹਾਂ ਦੇ ਪੈਰ ਹੁੰਦੇ ਹਨ, ਜਿਨ੍ਹਾਂ ਦੇ ਹੱਥ ਹੁੰਦੇ ਹਨ, ਜੋ ਗੈਰਵੀ ਹੁੰਦੇ ਹਨ। ਬਸ ਮੈਂ ਉਹੀ ਕੱਲ ਪੁਰਜਾ ਬਣ ਗਿਆ ਹਾਂ। ਜਦੋਂ ਇਹ ਕੱਲ ਪੁਰਜਾ ਕੱਸ ਜਾਵੇਗਾ, ਇੱਕ ਰਾਖ ਦੀ ਮੁੱਠ ਤੋਂ ਵੱਧ ਨਹੀਂ ਹੋਵੇਗਾ, ਉਦੋਂ ਜ਼ਰੂਰ ਮੈਂ ਤੇਰੀ ਜੂਹ 'ਚ ਆਵਾਂਗਾ। ਕੋਈ ਅਹਿਦ ਉਦੋਂ ਸਾਨੂੰ ਰੋਕ ਨਹੀਂ ਸਕੇਗਾ। ਤੂੰ ਵੀ ਸੈੱਲ ਨਹੀਂ ਹੋਣਾ, ਰਾਖ ਹੀ ਹੋਣਾ ਹੈ। ਰਾਖ ਨੂੰ ਹੁਣ ਹੋਰ ਕੋਈ ਰਾਖ ਨਹੀਂ ਬਣਾ ਸਕਦਾ। ਫਿਰ ਆਪਾਂ ਉਦਾਸ ਨਗਮਾ ਜ਼ਰੂਰ ਗਾਵਾਂਗੇ ਤੇ ਫਿਜ਼ਾ ਵਿੱਚ ਮਰਸੀਆ ਸ਼ਮਸ਼ਾਨ 'ਚ ਉੱਗੇ ਸਰਕੰਡਿਆਂ ਤੇ ਭਖੜਿਆਂ ਦੇ ਗਲ ਲੱਗ ਰੋਵੇਗਾ। ਫਿਰ ਮੈਨੂੰ ਵੀ ਸਕੂਨ ਹੋਵੇਗਾ, ਫਿਰ ਤੈਨੂੰ ਵੀ ਸਕੂਨ ਹੋਵੇਗਾ। ਬਹੁਤ ਵਧੀਆ। ਜਿਹੜਾ ਇੱਕ ਹਾਂਜੀ ਜਿਹੜਾ ਬਹੁਤ ਵਧੀਆ ਇੱਕ ਪਾਤਰ ਆ, ਉਹ ਆਪਣਾ ਜਿਹੜਾ ਦੁੱਖ ਆ, ਜਿਹੜਾ ਮਾਤ ਭੂਮੀ ਤੋਂ ਜਾਂ ਮਾਂ ਤੋਂ ਆਪਣੇ ਪਰਿਵਾਰ ਤੋਂ ਜਿਹੜਾ ਦੂਰ ਹੁੰਦਾ, ਤੇ ਉਹਦੀ ਜਿਹੜੀ ਵਿਥਿਆ, ਜਿਹੜੀ ਮਨ ਦੀ ਵਿਥਿਆ ਜਿਹੜੀ ਆ, ਤੁਸੀਂ ਇਸ ਕਵਿਤਾ ਵਿੱਚ ਵਿਖਿਆਨ ਕੀਤੀ ਆ। ਤੇ ਬੰਗਾ ਸਾਹਿਬ ਗੱਲਾਂ ਬਾਤਾਂ ਆਪਾਂ ਇੱਦਾਂ ਹੀ ਕਰਦੇ ਰਹਾਂਗੇ। ਤੇ ਇੱਕ ਬ੍ਰੇਕ ਦਾ ਟਾਈਮ ਹੋ ਗਿਆ, ਥੋੜੇ ਜਿਹੇ ਸਮੇਂ ਤੋਂ ਬਾਅਦ ਆਪਾਂ ਫਿਰ ਇਸੇ ਤਰ੍ਹਾਂ ਜਿਹੜੀਆਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਦਰਸ਼ਕੋ ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਬਸ ਤੁਰੰਤ ਗਏ ਤੇ ਆਏ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। Samsung and E4U present a mega cruise party featuring Prince of Bhangra Sukhbir. Venue Hornblower Infinity, New York City, New York, on Saturday 7th May 2022, 6 p.m. onwards. On the same evening, you can also enjoy Indian food, cash bar, Punjabi toll, Bollywood DJ, photo booth, sightseeing and numerous other events for your complete entertainment.
For tickets, sponsorship, or any other information, you can contact Sam Singh, Rani, or Vaibhav Patel on the numbers appearing on your screen. ਪੂਰੇ ਅਮਰੀਕਾ ਵਿੱਚ ਕਿਸੇ ਵੀ ਤਰ੍ਹਾਂ ਦੇ ਟਰੱਕ ਟ੍ਰੇਲਰਸ, ਫਲੈਟਬੈਡ, ਰੈਫਰੀਜਰੇਟਰ ਐਂਡ ਡਰਾਈਵ ਵੈਨ, ਟਰੈਕਟਰ ਆਦਿ ਸੇਵਾਵਾਂ ਵਾਸਤੇ ਕਾਲ ਟ੍ਰੇਲਰ ਐਂਡ ਲੀਜ਼ਿੰਗ ਕੰਪਨੀ ਨਾਲ ਸੰਪਰਕ ਕਰੋ। ਕਾਲ ਟ੍ਰੇਲਰ ਕੋਲ 2018, 19 ਅਤੇ 20 ਦੇ ਘੱਟ ਮਾਈਲੇਜ ਵਾਲੇ ਟਰੱਕ ਖਰੀਦਣ ਵਾਸਤੇ ਉਪਲਬਧ ਹਨ। ਕਾਲ ਟ੍ਰੇਲਰ ਕੋਲ ਵੈਨਗਾਰਡ ਦੀ ਪੂਰੇ ਕੈਲੀਫੋਰਨੀਆ ਦੀ ਡੀਲਰਸ਼ਿਪ ਹੈ। ਅਸੀਂ ਸਾਰੇ ਅਮਰੀਕਾ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਾਂ। ਕਾਲ ਟ੍ਰੇਲਰ ਕੋਲ ਇਨ ਹਾਊਸ ਫਾਈਨੈਂਸਿੰਗ ਦੀ ਸੁਵਿਧਾ ਵੀ ਹੈ ਉਪਲਬਧ। ਵਧੇਰੀ ਜਾਣਕਾਰੀ ਲਈ ਧਰਮਿੰਦਰ ਰੰਧਾਵਾ ਨੂੰ 9093515220 ਅਤੇ 9092407234 ਅਤੇ ਸਿਕੰਦਰ ਸਿੰਘ ਰੰਧਾਵਾ ਨੂੰ 9092407272 ਤੇ ਸੰਪਰਕ ਕਰੋ। ਤੁਸੀਂ ਹੇਠ ਲਿਖੇ ਪਤੇ ਤੇ ਉੱਤੇ ਵੀ ਸੰਪਰਕ ਕਰ ਸਕਦੇ ਹੋ। ਇਨਕਮ ਟੈਕਸਸ ਸਿੰਗਲ, ਮੈਰਿਡ, ਨਿਆਣੇ ਛੋਟੇ ਵੱਡੇ, ਕਾਲਜ ਜਾਂਦੇ ਆ, ਅਰਨ ਇਨਕਮ ਕ੍ਰੈਡਿਟ eligible ਹੋ, it can be a complicated issue. Get it done professionally and filing it electronically. Come to a person with more than 20 years of experience. ਇਹ ਵੀ ਇੱਕ ਰੱਬ ਦੇ ਬੰਦਿਆਂ ਦਾ ਘਰ ਹੈ ਜਿੱਥੇ ਸਿਰਫ ਇੱਕ ਧਰਮ ਤੇ ਜਾਤ ਹੈ, ਇਨਸਾਨੀਅਤ, ਜਿੱਥੇ ਕੋਈ ਵੱਡਾ ਤੇ ਛੋਟਾ ਨਹੀਂ, ਜਿੱਥੇ ਖੁਸ਼ੀਆਂ ਇੱਕੋ ਜਿਹੀਆਂ ਵੰਡੀਆਂ ਜਾਂਦੀਆਂ ਨੇ। ਬੌਧਿਕਤਾ ਦਾ ਵਿਕਾਸ ਰੱਬ ਦੇ ਹੱਥ ਹੈ, ਪਰ ਰੱਬ ਦੇ ਜੀਆਂ ਦੀ ਸੰਭਾਲ ਤਾਂ ਬੰਦਾ ਹੀ ਕਰ ਸਕਦਾ ਹੈ। ਅਜਿਹੀ ਇੱਕ ਮਿਸਾਲ ਅਮਰੀਕਾ ਦੇ ਮੈਰੀਲੈਂਡ ਵਿਖੇ ਸੈਂਟਰ ਫॉर ਸੋਸ਼ਲ ਚੇਂਜ। ਵਿਜ਼ਿਟ ਔਰ ਕਾਲ। ਮੋਰ ਇਨਫੋਰਮੇਸ਼ਨ ਜੈਸੀ ਸਿੰਘ ਐਂਡ ਸਾਜਿਦ ਤਰਾਰ। ਨਿਊਯਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਗਡੂਰਾ ਰੀਅਲ ਏਸਟੇਟ ਅਤੇ ਗਡੂਰਾ ਮੌਰਗੇਜ ਨਿਊਯਾਰਕ ਦੀ ਕੁਇਨਜ਼ ਵਿੱਚ ਸਭ ਤੋਂ ਪੁਰਾਣੀ ਬ੍ਰੋਕਰੇਜ ਕੰਪਨੀ। ਲੋਕਾਂ ਦੀ ਭਰੋਸੇਮੰਦ ਅਤੇ ਆਜ਼ਮਾਈ ਹੋਈ ਗਡੂਰਾ ਰੀਅਲ ਏਸਟੇਟ। ਇਸ ਕੋਲ ਭਰੋਸੇਮੰਦ ਰੀਅਲ ਏਸਟੇਟ ਏਜੰਟਾਂ ਦੀ ਟੀਮ ਹੈ। ਕਾਲ ਵਿਨੋਦ ਗਡੂਰਾ 9176828560। ਨਾਲ ਹੀ ਮੌਰਗੇਜ ਲਈ ਕਿਤੇ ਜਾਣ ਦੀ ਲੋੜ ਨਹੀਂ। ਗਡੂਰਾ ਮੌਰਗੇਜ ਇਸੀ ਛੱਤ ਹੇਠ ਪਰਚੇਜ਼ ਅਤੇ ਰੀਫਾਈਨੈਂਸ ਦੀ ਸਹੂਲਤ ਵੀ ਉਪਲਬਧ ਕਰਵਾਉਂਦਾ ਹੈ। Call Vineet Gudura MBA, President and Owner, Gudura Mortgage, number 7186400444। ਗਲੋਬਲ ਫਰਾਈਟ ਕਰੀਅਰ ਇੰਕ ਟਰੱਕਿੰਗ ਦੀਆਂ ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ। ਟਰੱਕ ਰਿਪੇਅਰ, 24 ਘੰਟੇ ਰੋਡ ਸਰਵਿਸ, ਵਰਲਡ ਵਾਈਡ ਟਰੱਕ ਟ੍ਰੇਲਰ ਲੀਜ਼ ਐਂਡ ਸੇਲ, ਜਿਸ ਵਿੱਚ ਰੀਫਰ, ਡਰਾਈਵਰ ਵੈਨ, ਫਲੈਟਬੈਡ, ਟਰੈਕਟਰ ਸਭ ਸ਼ਾਮਿਲ ਨੇ। ਗਲੋਬਲ ਫਰਾਈਟ ਔਨ ਆਪਰੇਟਰਾਂ ਅਤੇ ਡਰਾਈਵਰਾਂ ਨੂੰ ਵੀ ਹਾਇਰ ਕਰਦਾ ਹੈ। ਵਧੇਰੀ ਜਾਣਕਾਰੀ ਲਈ ਅਵਤਾਰ ਸਿੰਘ ਵੜਿੰਗ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। ਬਾਜ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਇੱਕ ਵਾਰੀ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਜੀ। ਗੱਲਬਾਤ ਚੱਲ ਰਹੀ ਹੈ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਤੇ ਸਾਡੇ ਅੱਜ ਦੇ ਮਹਿਮਾਨ ਨੇ ਸੀਤਲ ਬੰਗਾ ਜੀ। ਸੀਤਲ ਬੰਗਾ ਜੀ, ਗੱਲ ਆਪਣੀ ਤੁਸੀਂ ਪਹਿਲਾਂ ਜਿਹੜੀ ਕਵਿਤਾ ਸੁਣਾਈ, ਗੱਲ ਚੱਲਦੀ ਸੀ ਉਹਦੀ ਤੇ ਖੁੱਲੀ ਕਵਿਤਾ ਦੀ। ਅੱਜ ਕੱਲ੍ਹ ਜਿਹੜਾ ਸਾਹਿਤ ਦੇ ਵਿੱਚ ਖੁੱਲੀ ਕਵਿਤਾ ਨੂੰ ਬਹੁਤਾ ਮਾਣ ਜੇ ਸਤਿਕਾਰ ਦੇ ਨਾਲ ਨਹੀਂ ਦੇਖਿਆ ਜਾ ਸਕਦਾ। ਬੇਸ਼ੱਕ ਖੁੱਲੀ ਕਵਿਤਾ ਬਹੁਤ ਚਪਾਈ ਦੀ ਵੀ ਲਿਖੀ ਜਾ ਰਹੀ ਆ, ਤੇ ਜਿਹੜੀ ਖੁੱਲੀ ਕਵਿਤਾ ਵਿੱਚ ਤੁਸੀਂ ਵੀ ਲਿਖਿਆ, ਤੁਹਾਨੂੰ ਕਦੀ ਇਸ ਤਰ੍ਹਾਂ ਦੇ ਵਿਰੋਧ ਦਾ ਵੀ ਕਾਰਨ ਦਾ ਸਾਹਮਣਾ ਕਰਨਾ ਪਿਆ ਕਦੀ ਕਿਤੇ ਸਟੇਜ ਤੇ ਜਾਂ ਕਿਤੇ ਹੋਰ ਥਾਂ ਤੇ ਜਾ ਕੇ? ਜਸਵਿੰਦਰ ਜੀ, ਜੀ ਮੈਂ ਹੈਰਾਨ ਆ ਕਿ ਲੋਕ ਖੁੱਲੀ ਕਵਿਤਾ ਨੂੰ ਮਾਨਤਾ ਕਿਉਂ ਨਹੀਂ ਦਿੰਦੇ। ਜੀ ਮੈਂ ਦੂਜੇ ਨੰਬਰ ਤੇ ਇਸ ਗੱਲ ਤੇ ਹੈਰਾਨ ਹਾਂ, ਜਿਹੜੀ ਪਿੰਗਲ ਉਰੂਜ਼ ਵਿੱਚ ਲਿਖੀ ਹੋਈ ਕਵਿਤਾ ਹੁੰਦੀ ਆ ਉਹਨੂੰ ਉਹ ਗਜ਼ਲ ਦਾ ਨਾਮ ਦਿੰਦੇ ਆ ਤੇ ਉਹਨੂੰ ਉਹ ਬਹੁਤ ਮਹੱਤਤਾ ਦਿੰਦੇ ਆ। ਬਿਲਕੁਲ ਜੀ। ਜੋ ਮੈਂ ਗੱਲ ਅਸਲ 'ਚ ਨਹੀਂ ਕੀਤੀ ਉਹ ਮੈਂ ਕਰਨ ਲੱਗਾ ਪ੍ਰਭਾਵ ਦੀ, ਉਹ ਮੈਂ ਕਰਨ ਲੱਗਾ ਵਿਚਾਰ ਦੀ ਜੀ, ਉਹ ਮੈਂ ਕਰਨ ਲੱਗਾ ਲੇਖਕ ਦੀ ਪ੍ਰਤੀਬੱਧਤਾ ਦੀ ਜੀ। ਜੇ ਦੇਖਿਆ ਜਾਵੇ ਖੁੱਲੀ ਕਵਿਤਾ ਜਾਂ ਨਾਜ਼ਮ ਦਾ ਭਾਵ ਇਹ ਹੈ ਕਿ ਜੋ ਨਿਜ਼ਮਾਂ ਅਧੀਨ ਲਿਖੀ ਗਈ ਕਵਿਤਾ ਹੋਵੇ। ਇਹ ਦਾ ਉਪਜਣ ਦਾ, ਵਿਕਸਣ ਦਾ
ਸਮਾਂ ਤਕਰੀਬਨ ਸਾਂਝਾ ਰਿਹਾ। ਜੀ ਜਿਹੜੀ ਕਵਿਤਾ ਵਿਦਵਾਨਾਂ ਨੇ ਕੋਸ਼ਿਸ਼ ਕਰਕੇ ਲਿਖੀ, ਉਹਨਾਂ ਨੇ ਉਹਦਾ ਨਾਮ ਨਾਜ਼ਮ, ਬਾਣੀ ਜਾਂ ਵੱਖਰੇ ਵੱਖਰੇ ਰੂਪ ਦੇ ਕੇ ਉਹਨਾਂ ਨੂੰ ਪਾਠਕਾਂ ਦੇ ਸਪੁਰਦ ਜਾਂ ਉਹਦੇ ਸਨਮੁਖ ਰੱਖਿਆ। ਜੀ ਮੈਂ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾਂਦਾ ਕਿਉਂਕਿ ਆਪਣੇ ਕੋਲ ਸਮੇਂ ਦੀ ਕਿੱਲਤ ਹੈ, ਆਪਾਂ ਇਹਦਾ ਸਦ ਉਪਯੋਗ ਕਰਨਾ ਹੈ। ਬਿਲਕੁਲ ਬਿਲਕੁਲ ਜੀ। ਪਹਿਲਾਂ ਮੈਂ ਖੁੱਲੀ ਕਵਿਤਾ ਦੀ ਹੀ ਗੱਲ ਕਰਦਾ ਹਾਂ। ਪਿਆਰੇ ਪਾਠਕੋ, ਆਪ ਸਾਰੇ ਵਿਦਵਾਨ ਹੋ। ਮੈਂ ਸਰਦਾਰ ਪੂਰਨ ਸਿੰਘ ਜੀ ਤੋਂ ਗੱਲ ਸ਼ੁਰੂ ਕਰਦਾ ਹਾਂ। ਜੀ ਜੀ। ਪੂਰਨ ਸਿੰਘ ਨੇ ਨਾਜ਼ਮ ਨਹੀਂ ਲਿਖੀ, ਪਰ ਉਹਨੇ ਜੋ ਲਿਖਿਆ, ਉਹਨੇ ਨਹੀਂ ਕੀਤਾ ਮੈਂ ਖੁੱਲੀ ਕਵਿਤਾ ਲਿਖੀ ਆ, ਉਸਨੇ ਜੋ ਲਿਖਿਆ ਉਹਨੂੰ ਪਾਠਕਾਂ ਨੇ ਖੁੱਲੀ ਕਵਿਤਾ ਦਾ ਨਾਮ ਦੇ ਕੇ ਸਤਿਕਾਰ ਦਿੱਤਾ। ਜੀ ਬਿਲਕੁਲ। ਉਹਦੇ ਸ਼ਬਦਾਂ ਨੂੰ ਪੂਜਿਆ, ਉਹਦੇ ਵਿਚਾਰ ਨੂੰ ਸਿਰ ਤੇ ਰੱਖ ਲਿਆ। ਪੰਜਾਬੀਅਤ ਦਾ ਸੁਭਾਅ ਸਿਰਫ ਟੈਣਾ ਮੰਨਣ ਕਿਸੇ ਦੀ ਕਹਿ ਕੇ ਹੀ ਇੰਨਾ ਉਹ ਟੈਣਾ ਕਹਿ ਕੇ ਮੰਨਣ ਮਤਲਬ ਨੂੰ ਵਿਸਥਾਰ ਦੇਤਾ ਕਿ ਉਹ ਸਾਰੀ ਪੰਜਾਬੀਅਤ ਲੁਕੀ ਪਈ ਆ। ਜੀ ਬਿਲਕੁਲ। ਹੁਣ ਉਹਦੀ ਮੁਕਾਬਲੇ ਤੇ ਜੇ ਅਸੀਂ ਗਜ਼ਲਾਂ ਦਾ ਢੇਰ ਰੱਖ ਦਈਏ ਸ਼ਾਇਦ ਇਹ ਗੱਲ ਭਾਰੂ ਹੋਵੇਗੀ। ਹੁਣ ਦੂਜੇ ਨੰਬਰ ਤੇ ਜੀ ਜੋ ਮੈਂ ਪਹਿਲੇ ਨੰਬਰ ਤੇ ਕਿਹਾ, ਇਹਦਾ ਨਿਚੋੜ ਤੱਤ ਇਹ ਆ, ਭਾਈ ਜੋ ਤੁਸੀਂ ਲਿਖਦੇ ਆ ਜੇ ਉਹ ਵਜ਼ਨਦਾਰ ਹੈ, ਪਾਠਕਾਂ ਦੇ ਸੁਭਾਅ ਦੇ ਅਨੁਸਾਰ ਹੈ, ਉਹਨਾਂ ਦੀਆਂ ਸੋਚਾਂ ਨੂੰ, ਉਹਨਾਂ ਦੀਆਂ ਇਸ਼ਾਵਾਂ ਨੂੰ ਵਿਅਕਤ ਕਰਦਾ ਜੀ, ਉਹ ਭਾਵੇਂ ਜਿਸ ਮਰਜ਼ੀ ਰੂਪ ਚ ਹੋਵੇ, ਬਿਲਕੁਲ ਪਾਠਕ ਉਹਨੂੰ ਕਬੂਲ ਕਰਨਗੇ। ਨਾਟਕ ਦੇ ਡਾਇਲਾਗ ਉਹਨਾਂ ਵਿੱਚ ਕਾਵਿਕਤਾ ਤੋਂ ਕਈ ਵਾਰ ਕੋਈ ਚੀਜ਼ ਘੱਟ ਨਹੀਂ ਹੁੰਦੀ। ਪਾਠਕ ਜੀ, ਦਰਸ਼ਕ ਉਹਨਾਂ ਨੂੰ ਸਿਰ ਤੇ ਚੱਕ ਲੈਂਦੇ ਆ। ਜੀ ਬਿਲਕੁਲ। ਇਸੇ ਤਰ੍ਹਾਂ ਗੁਰਬਾਣੀ ਸਾਰੀ ਆਈ ਆ, ਕੋਈ ਵੀ ਕਿੰਤੂ ਨਹੀਂ ਕਰ ਸਕਦਾ। ਜੀ ਮੈਂ ਪੂਰਨ ਸਿੰਘ ਜੀ ਤੇ ਗੱਲ ਕਰ ਲਈ ਆ। ਹੁਣ ਮੇਰਾ ਮਿੱਤਰ ਲਖਵਿੰਦਰ ਜੌਲ ਹੈ, ਇਹਨੇ ਕਾਫੀ ਖੁੱਲੀ ਕਵਿਤਾ ਲਿਖੀ ਆ। ਮੈਂ ਜ਼ਿਆਦਾ ਚ ਇਹਦੇ ਲਿਸਟ ਨਹੀਂ ਵਧਾਉਂਦਾ, ਹੋਰ ਵੀ ਬਹੁਤ ਸਾਰੇ ਮਿੱਤਰਾਂ ਸੱਜਣਾ ਨੇ ਖੁੱਲੀ ਕਵਿਤਾ ਲਿਖੀ ਹੈ। ਲਿਖਣ ਵਾਲੇ ਹੈਗੇ, ਬਹੁਤ ਚੰਗੀ ਲਿਖੀ ਵੀ ਜਾ ਰਹੀ ਆ। ਇਹ ਮੇਰੇ ਸੱਜਣ ਨੇ ਗੱਲ ਕਰਤੀ, ਚੰਗੀ ਵੀ ਲਿਖੀ ਜਾ ਰਹੀ ਹੈ। ਇਹਦਾ ਭਾਵ ਖੁੱਲੀ ਕਵਿਤਾ ਚੰਗੀ ਵੀ ਹੋ ਸਕਦੀ ਹੈ ਤੇ ਨਹੀਂ ਚੰਗੀ ਵੀ ਹੋ ਸਕਦੀ। ਬਿਲਕੁਲ। ਇਸੇ ਤਰ੍ਹਾਂ ਹੁਣ ਮੈਂ ਗਜ਼ਲ ਦੀ ਗੱਲ ਕਰਦਾ ਆ। ਮੈਂ ਮੇਰੀ ਮਾਫ ਕਰਿਓ, ਮਤ ਬਹੁਤ ਥੋੜੀ ਹੈ ਜੀ, ਕੋਈ ਨਹੀਂ, ਮੇਰਾ ਧਿਆਨ ਵੀ ਬਹੁਤ ਥੋੜਾ ਹੈ। ਜੋ ਮੈਂ ਪੜਿਆ, ਵੱਡੇ ਵੱਡੇ ਗਜ਼ਲਕਾਰਾਂ ਨੇ ਲਿਖਿਆ, ਪਰ ਹੁਣ ਕਈ ਸਖਾਂਦਰੂ ਲਿਖਦੇ ਆ ਜੀ, ਤੋਲ ਤਕਾਂਤ ਮਿਲਦਾ ਆ। ਮੈਂ ਉਹਨਾਂ ਨੂੰ ਮਿਹਣਾ ਮਾਰਿਆ, ਭਾਈ ਤੁਸੀਂ ਤਾਂ ਤੁਕਬੰਦੀ ਕਰਦੇ ਆ, ਕਿਉਂਕਿ ਉਹਦੇ 'ਚ ਗੱਲ ਨਹੀਂ ਹੁੰਦੀ। ਗੱਲ ਕਵਿਤਾ ਵਿਚਾਰ ਜੇ ਨਹੀਂ ਹੈ ਤਾਂ ਮੈਂ ਇੱਕ ਰਚਨਾ ਵਿੱਚ ਲਿਖਿਆ ਸੀਗਾ ਵੀ ਤੁਸੀਂ ਤੂੜੀ ਦੇ ਕੁੱਪ ਤਾਂ ਭਰ ਸਕਦੇ ਆ, ਪਰ 2 ਇੰਚ ਆਵਰੀ 2 ਇੰਚ ਹਾਥੀ ਦੰਦ ਦੀ ਉੱਤੇ ਨਕਾਸ਼ ਨਹੀਂ ਕਰ ਸਕਦੇ। ਬਹੁਤ ਵਧੀਆ। ਸੋਨੇ ਦੀ ਮੁੰਦਰੀ ਨਹੀਂ ਬਣਾ ਸਕਦੇ। ਇੱਕ ਮੈਨੂੰ ਪਿੱਛੇ ਜਿਹੇ ਹੁਣੇ ਹੀ ਮਿੱਤਰ ਸੱਜਣ ਮਿਲਿਆ, ਕਹਿੰਦਾ ਜੀ ਮੈਂ 50 ਕਿਤਾਬਾਂ ਲਿਖੀਆਂ। ਮੈਂ ਕਿਹਾ ਵਿੱਚ ਕੀ ਲਿਖਿਆ ਉਹਨਾਂ ਦੇ? ਜੇ ਤੁਸੀਂ 2 ਕਿਤਾਬਾਂ ਹੀ ਲਿਖ ਲਓ, ਆਪਣੀ ਗੱਲ ਬਾਰ-ਬਾਰ ਰਿਪੀਟ ਨਾ ਕਰੋ, ਜੇ ਉਹ ਪਾਠਕਾਂ ਦੇ ਉੱਤੇ ਪੱਕੀ ਮੋਹਰ ਲੱਗ ਜਾਂਦੀ ਆ, ਬਿਲਕੁਲ, ਜੇ ਉਹ ਤੁਹਾਡੀ ਗੱਲ ਲੋਕਾਂ ਦੀ ਗੱਲ ਬਣ ਜਾਂਦੀ ਆ, ਤੁਹਾਡੇ ਵਿਚਾਰਾਂ ਨੂੰ ਲੋਕ ਅਪਣਾ ਲੈਂਦੇ ਆ, ਫਿਰ ਉਹ ਭਾਈ ਵਧੀਆ ਹੋਇਆ ਕਿ ਜਿਹੜਾ 50 ਕਿਤਾਬਾਂ ਲਿਖਣ ਵਾਲਾ ਵਧੀਆ ਹੋਇਆ। ਬਿਲਕੁਲ। ਤੇ ਮੈਂ ਇੰਨੇ ਕੁ ਨਾਲ ਹੀ ਆਪਣੀ ਗੱਲ ਸਮੇਟਦਾ ਹਾਂ। ਬਿਲਕੁਲ ਜੀ, ਜਿਹੜੀਆਂ 70 ਜਾਂ 80 ਕਿਤਾਬਾਂ ਲਿਖਣਾ ਮਾਇਨੇ ਨਹੀਂ ਰੱਖਦੀਆਂ, ਚੰਗਾ ਲਿਖਣਾ। ਔਰ ਵਾਰਿਸ ਸ਼ਾਹ ਦੀ ਗੱਲ ਕਰਦੀ, ਉਹਨਾਂ ਦੀ ਇੱਕ ਕਿਤਾਬ ਹੈ ਹੀਰ, ਤੇ ਉਹ ਹੀਰ ਅੱਜ ਤੱਕ ਕੱਲ ਵੀ ਉਨੀ ਨਵੀਂ ਸੀ, ਅੱਜ ਵੀ ਉਨੀ ਆ, ਤੇ ਕੱਲ ਵੀ ਉਨੀ ਨਵੀਂ ਰਹਿਣੀਆਂ। ਤੇ ਗੱਲ ਚੱਲ ਰਹੀ ਆ ਆਪਣੀ ਤੁਹਾਡੀ ਕਵਿਤਾ ਦੀ, ਜਿਹੜੀ ਆਪਾਂ ਹੁਣ ਤੁਹਾਡੀ ਇੱਕ ਜਿਹੜੇ ਵਿਸ਼ਿਆਂ ਦੀ ਗੱਲ ਕਰਦੇ ਆ, ਨਾਲ ਦੀ ਨਾਲ ਆਪਾਂ ਇੱਕ ਕਵਿਤਾ ਸੁਣਦੇ ਤੁਹਾਡੇ ਕੋਲ। ਹਾਂਜੀ, ਕਿਹੜੀ ਕਵਿਤਾ? ਮੈਂ ਆਪਣੀ ਹਾਂਜੀ ਇੱਕ ਕਵਿਤਾ ਸਾਂਝੀ ਕਰਦੀ ਹੈ ਤੇ ਦੂਜੀ ਸਾਂਝੀ ਕਰਕੇ ਖੁਸ਼ੀ ਲੈ ਰਿਹਾ ਹਾਂ। ਜੀ ਜੀ। ਇਹ ਕਵਿਤਾ ਹੈ ਕਮੀਆਂ ਦਾ ਗੀਤ।
ਜੀ ਬੰਗਾ ਜੀ ਕਮੀਆਂ ਦੇ ਨਾਲ ਸੰਬੰਧਿਤ ਇੱਕ ਜਿਹੜਾ ਵਿਸ਼ੇ ਦੇ ਨਾਲ ਆਪਾਂ ਨੂੰ ਗੀਤ ਸੁਣਾਣਗੇ ਜੀ। ਉਂਝ ਅਸੀਂ ਉਸਰਈਏ ਦੁਨੀਆ ਦੇ, ਅਸੀਂ ਮਹਿਲ ਤੋਂ ਮਹਿਲ ਉਸਾਰੇ ਨੇ, ਸਾਡੇ ਹਿੱਸੇ ਫਿਰ ਵੀ ਗੁਰਬਤ ਹੈ, ਸਾਡੇ ਹਿੱਸੇ ਕੁੱਲੀਆਂ ਢਾਰੇ ਨੇ ਜੀ। ਮੀਂਹ ਧੁੱਪਾਂ 'ਚ ਔਕੜਾਂ 'ਚ ਵੀ ਅਸੀਂ ਪਾਣੀ ਵੀ ਕੰਮ ਕਰਦੇ ਰਹੇ, ਆਪਣੇ ਸੁੱਖ ਆਰਾਮ ਨੂੰ ਟੰਗ ਕੀਲੀ ਅਸੀਂ ਹੋਰਾਂ ਦੀ ਮਸ਼ੱਕਤ ਕਰਦੇ ਰਹੇ ਜੀ। ਸਾਡੇ ਹੱਥ ਸਾਡੇ ਸੁੱਖ ਲਈ ਕਿਸੇ ਨੇ ਕੁਝ ਨਹੀਂ ਕੀਤਾ, ਉਹਨਾਂ ਹੱਕ ਸਦਾ ਸਾਡੇ ਮਾਰੇ ਨੇ। ਬਹੁਤ ਵਧੀਆ। ਉਂਝ ਅਸੀਂ ਉਸ ਰਹੀਏ ਦੁਨੀਆ ਦੇ, ਸਾਡੇ ਹਿੱਸੇ ਕੁੱਲੀਆਂ ਢਾਰੇ ਨੇ। ਸਾਡਾ ਮੁੜਕਾ ਜਿੱਥੇ ਡੁੱਲਿਆ ਹੈ, ਕਹਿੰਦੇ ਫੁੱਲ ਸਦਾ ਉੱਥੇ ਖਿੜ ਪੈਂਦੇ, ਉੱਥੇ ਲక్ష్ਮੀ ਵਾਸਾ ਕਰਦੀ ਹੈ, ਉੱਥੇ ਖੁਸ਼ੀਆਂ ਹਾਸੇ ਡੁੱਲ ਡੁੱਲ ਪੈਂਦੇ। ਪਰ ਸਾਡੇ ਘਰ ਤਾਂ ਮਾਤਮ ਨੇ ਜੀ, ਜਗ ਜਗ ਤੋਂ ਪੈਰ ਪਸਾਰੇ ਨੇ। ਬਹੁਤ ਅੱਛੇ। ਅਸੀਂ ਉਸ ਰਹੀਏ ਦੁਨੀਆ ਦੇ, ਅਸੀਂ ਮਹਿਲ ਦਮਹਿਰ ਉਸਾਰੇ ਨੇ ਜੀ। ਅਸੀਂ ਭੁੱਲ ਕੇ ਸਦਾ ਦੁੱਖ ਆਪਣੇ, ਹੋਰਾਂ ਦੇ ਸੁੱਖ ਲਈ ਕੰਮ ਕੀਤਾ। ਅਸੀਂ ਕੰਡੇ ਚੁੱਕੇ ਰਾਹਾਂ ਚੋਂ, ਹੋਰਾਂ ਦੇ ਦੁੱਖ ਨੂੰ ਖੁਦ ਲੀਤਾ। ਬਹੁਤ ਵਧੀਆ। ਉਹਨਾਂ ਆਪਣੇ ਮਹਿਲ ਉਸਾਰਨ ਲਈ ਸਾਡੇ ਢਾਰੇ ਵੀ ਉਸ ਉਜਾੜੇ ਨੇ। ਉਂਝ ਅਸੀਂ ਉਸ ਰਹੀਏ ਦੁਨੀਆ ਦੇ, ਅਸੀਂ ਮਹਿਲ ਦਮਹਿਲ ਉਸਾਰੇ ਨੇ ਜੀ। ਅਸੀਂ ਦੁਨੀਆ ਦਾ ਮੁੱਖ ਸਵਾਰਨ ਲਈ ਆਪਣੇ ਸਿਰ ਤੇ ਮੈਲਾ ਢੋਇਆ ਹੈ। ਇਤਰਾ ਫਲੇਲਾਂ ਵਰਤੇ ਇਹ ਦੁਨੀਆ, ਅਸੀਂ ਗੰਦ ਦੇ ਵਿੱਚ ਖਲੋਇਆ ਹੈ। ਛੱਡ ਆਪਣੇ ਘਰ ਵਿਹੜੇ ਬੂਹੇ, ਅਸੀਂ ਹੋਰਾਂ ਦੇ ਘਰ ਸੰਵਾਰੇ ਨੇ। ਅਸੀਂ ਉਸ ਰਹੀਏ ਦੁਨੀਆ ਦੇ, ਅਸੀਂ ਮਹਿਲ ਦਮਹਿਲ ਉਸਾਰੇ ਨੇ ਜੀ। ਹੇ ਉਸ ਰਹੀਏ ਦੁਨੀਆ ਦਿਓ, ਕਿਉਂ ਨਾ ਆਪਣੇ ਸੁੱਖ ਲਈ ਯਤਨ ਕੀਤਾ, ਹੋਰਾਂ ਲਈ ਸਦਾ ਅੰਮ੍ਰਿਤ ਚਾਇਆ। ਆਪ ਭਾਵੇਂ ਤੁਸੀਂ ਜ਼ਹਿਰ ਪੀਤਾ, ਹੁਣ ਸੀਤਲ ਇਕੱਠੇ ਹੋ ਹੱਕਾਂ ਲਈ ਤੁਰਨਾ, ਜਿਹੜਾ ਯੁਗਾਂ ਯੁਗਾਂ ਤੋਂ ਵਸਾਰੇ ਨੇ ਜੀ। ਉਂਝ ਅਸੀਂ ਉਸ ਰਹੀਏ ਦੁਨੀਆ ਦੇ, ਅਸੀਂ ਮਹਿਲ ਦਮਹਿਲ ਉਸਾਰੇ ਨੇ, ਅਸੀਂ ਮਹਿਲ ਦਮਹਿਲ ਉਸਾਰੇ ਨੇ। ਬਹੁਤ ਵਧੀਆ, ਬਹੁਤ ਅੱਛੇ ਜੀ। ਹਾਂਜੀ, ਜਿਹੜੀ ਆ ਗੱਲ ਕੀਤੀ, ਇੱਕ ਮਜ਼ਦੂਰ ਦੀ ਗੱਲ ਕੀਤੀ ਆ, ਜਿਹੜੀ ਉਹਦੀ ਕੰਮ ਦੀ ਕੀਤੀ ਆ, ਤੇ ਗੱਲਾਂ ਬਾਤਾਂ ਆਪਾਂ ਇੱਦਾਂ ਹੀ ਚੱਲਦੀਆਂ ਰਹਿਣਗੀਆਂ। ਦਰਸ਼ਕੋ, ਤੁਸੀਂ ਇੱਕ ਬ੍ਰੇਕ ਦਾ ਟਾਈਮ ਹੋ ਗਿਆ, ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਕੁਝ ਹੀ ਪਲਾਂ ਵਿੱਚ ਫਿਰ ਵਾਪਸ ਆਉਂਦੇ ਹਾਂ। ਇਸ ਤਰ੍ਹਾਂ ਸਾਡੇ ਨਾਲ ਬਣੇ ਰਹੋ। ਇੰਡੀਅਨ, ਪਾਕਿਸਤਾਨੀ ਤੇ ਬੰਗਲਾਦੇਸ਼ੀ ਗਰੋਸਰੀ ਦਾ ਸਭ ਤੋਂ ਵੱਡਾ ਸਸਤਾ ਭੰਡਾਰ, ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ। ਭਾਰਤੀਆਂ ਦੇ ਗੜ ਐਡੀਸਨ ਵਿਖੇ ਤਾਜ਼ਾ ਸਬਜ਼ੀਆਂ ਤੇ ਗਰੋਸਰੀ ਤੋਂ ਇਲਾਵਾ ਹਰ ਵੇਲੇ ਨਾਲੋਂ ਨਾਲ ਰੋਟੀ, ਤਰ੍ਹਾਂ ਤਰ੍ਹਾਂ ਦੇ ਪਰੌਂਠੇ, ਸਮੋਸੇ, ਜਲੇਬੀਆਂ ਤੇ ਭਾਰਤੀਆਂ ਦੇ ਗਰਮਾ ਗਰਮ ਤਾਜ਼ਾ ਪਕਵਾਨ ਵੀ ਉਪਲਬਧ। ਨਿਊ ਜਰਸੀ ਦੇ ਜਰਸੀ ਸਿਟੀ ਵਿੱਚ ਸਭ ਸਹੂਲਤਾਂ, ਡੇਟਨ ਅਤੇ ਪੈਲਸਵੇਨੀਆ ਦੇ ਬੈਂਸਲਮ ਦੇ ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ ਦੇ ਸਟੋਰ ਦੀ ਬਿਹਤਰੀਨ ਸਰਵਿਸ ਦਾ ਆਨੰਦ ਮਾਣੋ। 1700 ਔਕਟਰੀ ਰੋਡ, ਐਡੀਸਨ, NJ 08820 2975 John F. Kennedy Boulevard, Jersey City, NJ 07306 2631 Street Road, Baslam, PA 19020। ਜੇ ਤੁਸੀਂ ਐਲਰਜੀ, ਐਸਥਮਾ, ਗੈਸਟ੍ਰਿਕ, ਹਾਰਟਬਰਨ, ਗਾਲ ਸਟੋਨ, ਕਿਡਨੀ ਸਟੋਨ, ਡਾਇਬੀਟੀਜ਼, ਬਲੱਡ ਪ੍ਰੈਸ਼ਰ, ਆਰਥਰਾਈਟਿਸ ਅਤੇ ਗੁਪਤ ਰੋਗਾਂ ਦਾ ਇਲਾਜ ਕਰਵਾ ਕੇ ਥੱਕ ਚੁੱਕੇ ਹੋ ਤੇ ਕਾਲ ਕਰੋ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸੰਧੂ ਨੂੰ, ਜਿਨ੍ਹਾਂ ਦਾ 1973 ਤੋਂ ਮੈਡੀਕਲ ਕਾਲਜਾਂ ਵਿੱਚ ਪੜ੍ਹਾਉਣ ਦਾ ਪ੍ਰਿੰਸੀਪਲ, ਪ੍ਰੋਫੈਸਰ ਤੇ ਚੀਫ ਮੈਡੀਕਲ ਆਫੀਸਰ ਦੇ ਤੌਰ ਤੇ ਹੋਮਿਓਪੈਥਿਕ ਪ੍ਰੈਕਟਿਸ ਦਾ ਤਜਰਬਾ ਹੈ। ਕਿਸੇ ਵੀ ਬਿਮਾਰੀ ਜਾਂ ਕਿਸੇ ਵੀ ਉਮਰ ਵਿੱਚ ਇਲਾਜ ਕਰਵਾਉਂਦੇ ਜੇ ਥੱਕ ਗਏ ਹੋ ਤਾਂ ਹੋਮਿਓਪੈਥਿਕ ਦੇ ਸਿਧਾਂਤਕ ਇਲਾਜ ਲਈ ਡਾਕਟਰ ਗੁਰਦੀਪ ਸੰਧੂ ਨੂੰ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ। P&J Fuel Wholesaler of Gasoline and Diesel. We offer retail and wholesale, branded and unbranded fuel, serving New Jersey, New York, Pennsylvania, and Texas. Our services include station rebranding for many major gasoline brands at the most competitive prices. Our portfolio includes
Exxon, Mobil, Shell, BP, and many more. To grow your business with us, please call 908-720-3032. P&J Fuel, fuel to take you further. S&S ਬ੍ਰੋਕਰਸ ਇਨਕਾਰਪੋਰੇਸ਼ਨ ਨਿਊ ਜਰਸੀ ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ। ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲੀਨ, ਨਿਊ ਜਰਸੀ 08830 ਅਤੇ ਕਾਲ ਕਰੋ 201 259 9223। ਦਿਓਲ ਟਰਾਂਸਪੋਰਟ ਕੰਪਨੀ ਇੰਡੀਅਨ ਐਪਲਸ ਇੰਡੀਆਨਾ ਦੀ ਨਾਮੀ ਕੰਪਨੀ। ਇੰਡੀਅਨ ਐਪਲਸ ਤੋਂ ਈਸਟ ਕੋਸਟ ਦੀਆਂ ਸਟੇਟਾਂ ਨਿਊਯਾਰਕ, ਮੈਰੀਲੈਂਡ, ਪੈਨਸਿਲਵੇਨੀਆ, ਨਿਊ ਜਰਸੀ, ਵਰਜੀਨੀਆ ਅਤੇ ਨਾਰਥ ਕੈਰੋਲੀਨਾ ਦੇ ਹਰ ਤਰ੍ਹਾਂ ਦੇ ਡਰਾਈ ਲੋਡ ਅਤੇ ਇੰਡੀਅਨ ਐਪਲਸ ਤੋਂ ਲੋਕਲ ਲੋਡ ਵੱਡੀ ਗੱਡੀ ਤੇ ਕੰਮ ਲਈ ਡਰਾਈਵਰ ਵੀਰ ਅੱਜ ਹੀ ਸੰਪਰਕ ਕਰੋ ਜੀ। ਹਮੀ ਦਿਓਲ 5103181415 ਤੇ ਰਾਜ ਦਿਓਲ 3178356522 ਅਤੇ ਵਧੇਰੀ ਜਾਣਕਾਰੀ ਲਈ ਮੇਲ ਤੇ ਵੀ ਸੰਪਰਕ ਕਰ ਸਕਦੇ ਹੋ deol.trans@yahoo.com। ਬ੍ਰੇਕ ਤੋਂ ਬਾਅਦ ਸਵਾਗਤ। ਪ੍ਰੋਗਰਾਮ ਚੱਲ ਰਿਹਾ ਹੈ ਖਾਸ ਮੁਲਾਕਾਤ ਤੇ ਅੱਜ ਦੇ ਸਾਡੇ ਮਹਿਮਾਨ ਨੇ ਇਹ ਬੰਗਾ ਜੀ, ਸੀਤਾਰਾਮ ਬੰਗਾ ਜੀ। ਗੱਲ ਚੱਲ ਰਹੀ ਸੀ ਆਪਣੀ ਜਿਹੜੀ ਆ ਕਵਿਤਾ ਬਾਰੇ। ਕਵਿਤਾ ਦੇ ਵਿੱਚ 9 ਰਸ ਗਿਣੇ ਗਏ ਆ ਤੇ ਤੁਸੀਂ ਵੀ ਵੱਖਰੇ ਵੱਖਰੇ ਜਿਹੜੀਆਂ ਰਸਾਂ ਤੇ ਆਪਣੇ ਵੱਖਰੇ ਵੱਖਰੇ ਵਰਨਗੀਆਂ ਦੇ ਵਿਸ਼ਿਆਂ ਦੇ ਆਪਾਂ ਕਵਿਤਾ ਲਿਖੀ ਆ। ਤੁਹਾਡੀ ਕਵਿਤਾ ਦੇ ਵਿੱਚ ਪਰ ਜਿਹੜਾ ਨਾ ਸ਼ਿੰਗਾਰ ਰਸ ਬਹੁਤ ਘੱਟ ਦੇਖਣ ਨੂੰ ਮਿਲਦਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਦਾ ਉੱਤੋਂ ਦੂਰੀ ਕਮੀ ਕੀ ਕਿਤੇ ਰਹੀ ਜਾਂ ਦੂਰੀ ਕਿੱਥੇ ਬਣੀ ਰਹੀ ਆ? ਇਹਦਾ ਕੀ ਕਾਰਨ ਰਿਹਾ ਤੁਹਾਡੀ ਕਵਿਤਾ ਦੇ ਵਿੱਚ? ਜੇ ਕੋਈ ਲਿਖੀ ਆ ਕਵਿਤਾ ਪ੍ਰਦਰਸ਼ਕਾਂ ਨਾਲ ਉਹ ਵੀ ਸਾਂਝੀ ਕਰਦੇ ਆ ਤੁਹਾਡੀ। ਹਾਂਜੀ ਜਸਵਿੰਦਰ ਜੀ, ਮੈਨੂੰ ਲੱਗਦਾ ਤੁਸੀਂ ਮੇਰੀਆਂ ਰਚਨਾਵਾਂ ਦਾ ਵਿਸਤ੍ਰਿਤ ਅਧਿਐਨ ਨਹੀਂ ਕੀਤਾ। ਜੋ ਰਸ ਹਨ ਇਹ ਸਾਡੀ ਜ਼ਿੰਦਗੀ ਦੀਆਂ ਚਾਲਕ ਸ਼ਕਤੀਆਂ ਦੀਆਂ ਇੱਕ ਕਿਸਮ ਦਾ ਬਿੰਬ ਹੈ। ਮੈਂ ਮੁੱਢਲੇ ਜਦੋਂ ਕਵਿਤਾ ਸ਼ੁਰੂ ਕੀਤੀ ਸੀਗੀ ਉਦੋਂ ਬਿਰਹੇ ਦਾ ਪੱਲਾ ਫੜਿਆ ਸੀ ਤੇ ਉਹ ਜਿਹੜਾ ਬਿਰਹੇ ਦਾ ਪੱਲਾ ਫੜਿਆ ਉਹ ਹਾਲੇ ਤੱਕ ਨਹੀਂ ਛੁੱਟਿਆ, ਪਰ ਉਹਦੇ ਰੂਪ ਬਦਲ ਗਏ ਜੀ। ਹੁਣ ਇਸ ਮੌਕੇ ਮੇਰੀਆਂ ਤਰਜੀਹਾਂ ਵਿੱਚ ਜੇ ਆਪਾਂ ਵਰਤਮਾਨ ਦੀ ਗੱਲ ਕਰੀਏ ਤਾਂ ਰਾਜਨੀਤਿਕ ਪਹਿਲੂ ਭਾਰੂ ਹੋ ਗਿਆ, ਕਿਉਂਕਿ ਸਾਡੇ ਸੱਭਿਆਚਾਰ, ਸਾਡੀ ਵਿਰਾਸਤ, ਸਾਡੇ ਰੋਣਾ, ਸਾਡੇ ਹੱਸਣਾ, ਸਾਡੇ ਰੀਤੀਆਂ ਸਭ ਤੇ ਇਹ ਭਾਰੂ ਹੋ ਗਿਆ, ਕਿਉਂਕਿ ਇਸ ਵਰਤਾਰੇ ਨੇ ਸਭ ਨੂੰ ਤਹਿਸ ਨਹਿਸ ਕਰ ਛੱਡਿਆ। ਤੇ ਮੈਨੂੰ ਤਾਂ ਕਈ ਵਾਰ ਇੰਝ ਲੱਗਦਾ ਕਿ ਜ਼ਿੰਦਗੀ ਅਸੀਂ ਨਵੇਂ ਸਿਰਿਓਂ ਸ਼ੁਰੂ ਕਰ ਰਹੇ ਹਾਂ। ਸਾਡੇ ਰੀਤੀ ਰਿਵਾਜ, ਹੱਸਣਾ ਖੇਡਣਾ, ਵਿਆਹ ਮਕਲਾਵੇ, ਰੋਣਾ ਧੋਣਾ ਸਭ ਬਦਲ ਗਏ ਆ। ਸਾਡੇ ਪਰਿਵਾਰ ਦੇ ਸਿਸਟਮ ਬਦਲ ਗਏ ਆ ਤੇ ਮੈਂ ਇਹਨਾਂ ਰੂਪ ਨੂੰ ਤਰਜੀਹ ਦਿੰਦਾ ਕਰਕੇ ਸ਼ਿੰਗਾਰ ਰਸ ਜਿਹੜਾ ਆ ਇਹਦੇ ਬਾਰੇ ਮੈਂ ਲਿਖਿਆ। ਪਰ ਇਹਨੂੰ ਮੈਂ ਇੱਦਾਂ ਕਹਾਂਗੇ ਵੀ ਭਾਈ ਸ਼ਿੰਗਾਰ ਰਸ ਦੀਆਂ ਵੀ ਗੱਲਾਂ ਕਰ ਲਵਾਂਗੇ। ਪਹਿਲਾਂ ਆਪਣੇ ਜੀਵਨ ਲਈ ਕੁਛ ਥੋੜਾ ਬਹੁਤਾ ਚੱਜ ਤਾਂ ਉਦਾਂ ਦਾ ਬਣਾ ਲਈਏ ਤੇ ਮੈਨੂੰ ਲੱਗਦਾ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ। ਤੇ ਮੈਂ ਆਪਣੇ ਜਦੋਂ ਕਵਿਤਾ ਲਿਖਣੀ ਸ਼ੁਰੂ ਕੀਤੀ ਸੀਗੀ ਤਾਂ ਉਸ ਮੌਕੇ ਮੈਂ ਤੁਹਾਡੀ ਗੱਲ ਦਾ ਜਵਾਬ ਇਸ ਕਵਿਤਾ ਦੇ ਰੂਪ ਵਿੱਚ ਦੇਣ ਲੱਗਾ ਹਾਂ। ਮੇਰੀ ਕਲਮ ਦੇ ਸ਼ਬਦੀਨ ਦਰਦ ਭਰੇ, ਦੱਸੋ ਕਿੰਜ ਗਾਵਾਂ ਗੀਤ ਖੁਸ਼ੀਆਂ ਭਰੇ। ਜੀ ਮੇਰੀ ਕਲਮ ਦੇ ਸ਼ਬਦੀ ਦਰਦ ਭਰੇ, ਦੱਸੋ ਕਿੰਜ ਗਾਵਾਂ ਗੀਤ ਖੁਸ਼ੀਆਂ ਭਰੇ। ਜੀ ਮੇਰੇ ਚਿਹਰੇ ਤੇ ਸਦਾ ਰਹਿੰਦੀ ਉਦਾਸੀ, ਉਦਾਸੀ ਤਾਂ ਹੈ ਮੇਰੀ ਪੂੰਜੀ ਮੇਰੀ ਰਾਸ਼ੀ। ਮੇਰੇ ਚਿਹਰੇ ਤੇ ਸਦਾ ਰਹਿੰਦੀ ਉਦਾਸੀ, ਉਦਾਸੀ ਤਾਂ ਹੈ ਮੇਰੀ ਪੂੰਜੀ ਮੇਰੀ ਰਾਸ਼ੀ। ਖੁਸ਼ੀਆਂ ਤੇ ਖੇੜੇ ਮੇਤੋਂ ਰਹਿੰਦੇ ਪਰੇ, ਦੱਸੋ ਕਿੰਜ ਗਾਵਾਂ ਗੀਤ ਖੁਸ਼ੀਆਂ ਜੜੇ। ਜੀ ਹਾਂਜੀ ਅੱਗੇ ਦੇਖਿਓ। ਮੇਰੀ ਅੱਖ ਨਾ ਵੇਖੇ ਰੰਗ ਕੋਈ ਮਤਾਬੀ, ਮੇਰੀ ਅੱਖ ਨਾ ਵੇਖੇ ਰੰਗ ਕੋਈ ਮਤਾਬੀ, ਲਾਲ ਗੁਲਾਲ ਨਾ ਸ਼ੋਖ ਗੁਲਾਬੀ।
ਫਿਕਰਾਂ ਦੇ ਰੰਗ ਮੇਰੇ ਮੱਥੇ ਜੜੇ, ਹੂੰ ਫਿਕਰਾਂ ਦੇ ਰੰਗ ਮੇਰੇ ਮੱਥੇ ਜੜੇ, ਹੂੰ। ਦੱਸੋ ਕਿੰਜ ਗਾਵਾਂ ਗੀਤ ਖੁਸ਼ੀਆਂ ਭਰੇ। ਭਰੇ ਜੀ। ਜਨਮ ਤੋਂ ਪਹਿਲਾਂ ਜਦੋਂ ਕੋਈ ਧੀ ਮਰਦੀ, ਹੂੰ ਜਨਮ ਤੋਂ ਪਹਿਲਾਂ ਜਦੋਂ ਕੋਈ ਧੀ ਮਰਦੀ, ਹੂੰ ਲੁਕਾਈ ਮੱਥੇ ਉਹ ਕਲੰਕ ਇੱਕ ਧਰਦੀ, ਹੂੰ ਕੌਣ ਉਹਦੀ ਪੀੜਾ ਨੂੰ ਬਿਆਨ ਕਰੇ, ਹੂੰ ਦੱਸੋ ਕਿੰਜ ਗਾਵਾਂ ਗੀਤ ਖੁਸ਼ੀਆਂ ਜੜੇ। ਜੀ। ਉਡੀ ਉਡੂ ਕਰਨੇ ਨੂੰ ਹੂੰ ਜੀ ਕਿਸੇ ਦਾ ਕਰੇ, ਹੂੰ ਕੋਈ ਖੰਭ ਕੱਟ ਕੇ ਲਿਆ ਜਮੀ ਤੇ ਧਰੇ, ਹੂੰ ਬਸ ਹੌਕਿਆਂ ਤੇ ਹਾਵਿਆਂ ਚ ਹੂੰ ਪਰ ਜ਼ਿੰਦਗੀ ਸੜੇ, ਜੀ। ਦੱਸੋ ਕਿੰਜ ਗਾਵਾਂ ਗੀਤ ਬਿਲਕੁਲ। ਖੁਸ਼ੀਆਂ ਭਰੇ। ਭਰੇ ਭਰੇ ਠੀਕ ਹੈ ਜੀ। ਜਦੋਂ ਜੱਟ ਆਵੇ ਕੁਝ ਵੇਚ ਵਟ ਕੇ, ਹੂੰ ਬਾਣੀਆਂ ਤੇ ਸ਼ਾਹਾਂ ਦੇ ਨਾ ਪੈਸੇ ਮੁੜਦੇ, ਹੂੰ ਫੰਦੇ ਪਾ ਗਲਾਂ ਚ, ਹੂੰ ਫੰਦੇ ਪਾ ਗਲਾਂ ਚ ਚੌਂਕਾਂ 'ਚ ਖੜੇ, ਜੀ। ਦੱਸੋ ਕਿੰਜ ਗਾਵਾਂ ਗੀਤ ਖੁਸ਼ੀਆਂ ਜੜੇ। ਕਿਆ ਬਾਤ ਹੈ, ਬਹੁਤ ਵਧੀਆ। ਕਿਰਤੀ ਜੋ ਮਿੱਟੀ ਨਾਲ ਮਹਿਲ ਉਸਾਰਦੇ, ਹੂੰ ਬੰਜਰਾਂ ਦੇ ਵਿੱਚ ਵੀ ਸਵਰਗ ਉਤਾਰਦੇ, ਹੂੰ। ਮੇਲੇ ਨਾ ਦਿਹਾੜੀ ਜਦੋਂ, ਹੂੰ ਕਿੱਦਾਂ ਪਾਪੀ ਪੇਟ ਭਰੇ, ਹੂੰ ਦੱਸੋ ਕਿੰਜ ਗਾਵਾਂ ਗੀਤ ਖੁਸ਼ੀਆਂ ਜੜੇ। ਜੀ। ਦੁਨੀਆ ਤੇ ਆਇਆ ਸੀਤਲ, ਹੂੰ। ਕਾਰਜ ਚੁਕਾ ਲੈ, ਜੀ ਗੀਤ ਗਾ ਕੇ ਦੁਖੀਆਂ ਦੇ ਦੁੱਖੜੇ ਵੰਡਾ ਲੈ। ਜੀ ਹਾਂਜੀ ਪਾਠਕ ਜੀ ਧਿਆਨ ਦਿਓ। ਜੀ ਜੀ। ਦੁਨੀਆ ਤੇ ਆਇਆ ਸੀਤਲ, ਕਾਰਜ ਚੁਕਾ ਲੈ, ਹੂੰ ਗੀਤ ਗਾ ਕੇ ਦੁਖੀਆਂ ਦੇ ਦੁੱਖੜੇ ਵੰਡਾ ਲੈ। ਜੀ। ਉਂਝ ਤਾਂ ਨੇ ਸ਼ਾਇਰ ਇੱਥੇ ਬੜੇ ਬੜੇ, ਹੂੰ ਉਂਝ ਤਾਂ ਨੇ ਸ਼ਾਇਰ ਇੱਥੇ ਬੜੇ ਬੜੇ, ਦੱਸੋ ਕਿੰਜ ਗਾਵਾਂ ਗੀਤ ਖੁਸ਼ੀਆਂ ਭਰੇ। ਬਹੁਤ ਵਧੀਆ। ਤੜਕ ਭੜਕ ਨਾ ਸੀਤਲ ਦੇ ਗੀਤਾਂ ਤੋਂ ਸਰੇ, ਹੂੰ। ਦੱਸੋ ਕਿੰਜ ਗਾਵਾਂ ਗੀਤ ਖੁਸ਼ੀਆਂ ਜੜੇ। ਦੱਸੋ ਜੀ ਬਿਲਕੁਲ ਬੰਗਾ ਜੀ, ਜਿਹੜਾ ਮੇਰੇ ਸਵਾਲ ਦਾ ਜਵਾਬ ਬੜਾ ਵਧੀਆ ਤਰੀਕੇ ਨਾਲ ਹੋਇਆ ਕਿ ਜਿਹੜੇ ਹੋਰ ਵਿਸ਼ੇ ਬਹੁਤ ਨੇ, ਸ਼ਿੰਗਾਰ ਰਸ ਤੋਂ ਜਿਹੜੀ ਆ ਸੰਜੋਗ ਵਿਜੋਗ ਤੋਂ ਜਿਹੜੇ ਸਮਾਜਿਕ ਵਿਸ਼ੇ ਜਾਂ ਹੋਰ ਜਿਹੜੇ ਰਸ ਦੇ ਨਾਲ ਜਿਹੜੀ ਕਵਿਤਾ ਭਰਪੂਰ ਹੋਣੀ ਚਾਹੀਦੀ ਆ ਵਧੀਆ ਵਿਸ਼ਿਆਂ ਦੇ। ਤੇ ਬੰਗਾ ਜੀ ਜਿਹੜੀ ਵਿਸ਼ਿਆਂ ਦੀ ਆਪਾਂ ਗੱਲ ਚੱਲਦੀ ਆ ਆਪਣੀ, ਤੇ ਤੁਸੀਂ ਜਿਹੜੇ ਵਿਸ਼ੇ ਆ ਆਪਣੀ ਕਵਿਤਾ ਦਾ ਵਿਸ਼ਾ ਜਿਹੜਾ ਚੁਣਦੇ ਆ ਉਹ ਕਿੱਦਾਂ ਚੁਣਦੇ ਆ? ਕੋਈ ਘਟਨਾ ਵਾਪਰਦੀ ਆ, ਮੰਨ ਲਓ ਤੁਸੀਂ ਉਹ ਦੇਖਿਆ, ਉੱਤੇ ਕਵਿਤਾ ਲਿਖਣੀ ਸ਼ੁਰੂ ਕੀਤੀ, ਜਾਂ ਕਿਸੇ ਤਰੀਕੇ ਨਾਲ ਮਨ ਦੇ ਵਿੱਚ ਆਇਆ ਕਿ ਇਹਨੂੰ ਸੋਚਿਆ ਵੇਲਾ ਵੀ ਇਸ ਵਿਸ਼ੇ ਤੇ ਲਿਖੀ ਜਾਵੇ? ਤੁਸੀਂ ਵਿਸ਼ਿਆਂ ਦਾ ਜਿਹੜਾ ਆਪਾਂ ਗੱਲ ਕਰੀਏ ਤੇ ਕਿੱਦਾਂ ਵਿਸ਼ੇ ਚੁਣਦੇ ਆ, ਤੁਹਾਡੀ ਕਵਿਤਾ ਦੇ ਵਿਸ਼ੇ ਜਿਹੜੇ ਸਟਾਰਟ ਹੁੰਦੇ ਆ? ਮੇਰੇ ਪਿਆਰੇ ਪਾਠਕੋ ਅਤੇ ਜਸਵਿੰਦਰ ਜੀ, ਮੈਂ ਬੇਖੌਫ ਤੇ ਖੁੱਲ ਕੇ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਹਾਂ। ਜਦੋਂ ਕਿਤੇ ਗਰਮ ਹਵਾ ਵਗਦੀ ਹੈ ਮੈਨੂੰ ਸੇਕ ਲੱਗਦਾ, ਜਦੋਂ ਕਿਤੇ ਗਰਮ ਹਵਾ ਵਗਦੀ ਹੈ ਮੈਨੂੰ ਸੇਕ ਲੱਗਦਾ ਜੀ। ਜਦੋਂ ਧੀਆਂ ਭੈਣਾਂ ਦੀ ਅੱਖਾਂ ਚੋਂ ਹੰਝੂ ਨਿਕਲਦੇ ਆ ਉਹ ਮੇਰੇ ਮਨ ਤੇ ਅਸਰ ਪਾਉਂਦੇ ਆ ਜੀ। ਜਦੋਂ ਕੋਈ ਪੀੜਤ ਆਪਣੇ ਦੁੱਖਾਂ ਲਈ ਰੱਬ ਕੋਲ ਅਰਦਾਸ ਕਰਦਾ ਮੇਰੇ ਮਨ ਤੇ ਅਸਰ ਪੈਂਦਾ ਤੇ ਕਵਿਤਾ ਜਨਮ ਲੈਂਦੀ ਹੈ, ਕਵਿਤਾ ਜਨਮ ਲੈਂਦੀ ਹੈ, ਕਵਿਤਾ ਜਨਮ ਲੈਂਦੀ। ਬਹੁਤ ਵਧੀਆ, ਠੀਕ। ਤੇ ਹੁਣ ਇੱਕ ਤੁਹਾਡਾ ਗੀਤ ਸੀਗਾ ਹੋਰ ਕੀ ਗਵਾਓਗੇ ਪੰਜਾਬੀਓ, ਅਕਸਰ ਤੁਸੀਂ ਸਟੇਜਾਂ 'ਤੇ ਬੋਲਦੇ, ਉਹਦੀ ਜਿਹੜਾ ਮਾਨਤਾ ਵੀ ਬਹੁਤ ਹੈ, ਜਿਹੜੀ ਇਹ ਦਰਸ਼ਕ ਪਸੰਦ ਵੀ ਕਰਦੇ ਆ, ਤਾਂ ਤੁਸੀਂ ਵਾਰ-ਵਾਰ ਸੁਣਿਆ ਵੀ ਜਾਂਦਾ ਤਾਂ ਸੁਣਾਇਆ ਵੀ ਜਾਂਦਾ, ਅਤੇ ਆਪ ਸਾਡੇ ਦਰਸ਼ਕਾਂ ਨਾਲ ਵੀ ਉਹ ਜਿਹੜੇ ਗੀਤ ਦੀ ਸਾਂਝ ਪਾਓ। ਹਾਂਜੀ, ਹੋਰ ਕੀ ਗਵਾਓਗੇ ਪੰਜਾਬੀਓ ਜੀ? ਮੇਰੇ ਦੋਸਤੋ ਮਿੱਤਰੋ ਜੀ, ਮੈਨੂੰ ਅਜੀਬ ਲੱਗਦਾ ਜਦੋਂ ਮੇਰੇ ਵਰਗਾ ਬੌਣਾ ਜਿਹਾ ਬੰਦਾ, ਤੁਸੀਂ ਆਪਣੀਆਂ ਆਸ਼ਾਵਾਂ ਚ ਉੱਚਾ ਉਸ ਨੂੰ ਸਥਾਨ ਦਿੰਦੇ ਹੋ ਜੀ। ਮੈਂ ਜੋ ਕੁਝ ਹੁਣ ਵਾਪਰਿਆ ਇਸ ਪੀੜਾ ਨੂੰ ਮਹਿਸੂਸ ਕੀਤਾ ਤੇ 2 ਕਵਿਤਾਵਾਂ ਲਿਖੀਆਂ, ਪਰ ਮੈਂ ਸਮੇਂ ਦੀ ਸੰਜਮ ਕਰਦਾ ਹੋਇਆ ਕੁਝ ਸਮੇਟਦਾ ਇੱਕ ਰਵਾਈ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਸਪਤ ਸਿੰਧੂ ਤੋਂ 5 ਆਬ ਤੇ ਹੁਣ ਹੋਇਆ 2 ਆਬ ਲਿਖਾਂ, ਨਨਕਾਣਾ ਤੇ ਲਾਹੌਰ ਗਿਆ ਜੋ ਗਿਆ ਬੇਹਿਸਾਬ ਲਿਖਾਂ ਜੀ। ਰੂਪ ਵਿਹੂਣੀ ਕਾਇਆ ਹੋਈ ਗੁਆਚਿਆ ਜਿਸ ਸ਼ਬਾਬ ਲਿਖਾਂ, ਕੀ ਸਿਫਤ ਕਰਾਂ ਪੰਜਾਬ ਤੇਰੀ ਕਿੰਜ ਤੇਰਾ ਗੁਣਗਾਨ ਲਿਖਾਂ। ਕਿਆ ਬਾਤ ਹੈ, ਬਹੁਤ ਅੱਛੇ, ਕਿਆ ਬਾਤ ਹੈ। ਹਾਂਜੀ, ਹੁਣ ਮੈਂ ਆਪਣੀ ਕਵਿਤਾ ਸ਼ੁਰੂ ਕਰਦਾ ਹਾਂ ਰਵਾਈ ਤੋਂ ਬਾਅਦ ਜੀ। ਜੀ, ਹੋਰ ਕੀ ਗਵਾਓਗੇ ਪੰਜਾਬੀਓ ਜੀ, ਹੋਰ ਕੀ ਗਵਾਓਗੇ ਪੰਜਾਬੀਓ, ਸਭ ਕੁਝ ਲਿਆ ਹੈ ਗਵਾ, ਪੁਰਖਿਆਂ ਦਾ ਖੱਟਿਆ ਵੀ ਤੁਹਾਡੇ ਕੋਲੋਂ ਨਾ ਸਾਂਭਿਆ ਗਿਆ। ਹੋਰ ਕੀ ਗਵਾਓਗੇ ਪੰਜਾਬੀਓ, ਸਭ ਕੁਝ ਲਿਆ ਹੈ ਗਵਾ ਜੀ। 7 ਦਰਿਆਵਾਂ ਦਾ ਦੇਸ਼ ਦੁਆਬਾ ਜਿਹਾ ਬਣ ਹੈ ਗਿਆ,
ਲਾਹੌਰ ਤਾਂ ਗਿਆ ਸੀ, ਹੁਣ ਚੰਡੀਗੜ੍ਹ ਠਾਗ ਹੈ ਲਿਆ ਜੀ। ਸਤਲੁਜ ਬਿਆਸ ਵੀ ਖੋਣੇ ਉਹਨਾਂ ਮੰਨ ਲਿਆ ਹੈ ਬਣਾ, ਹੋਰ ਕੀ ਗਵਾਓਗੇ ਪੰਜਾਬੀਓ, ਸਭ ਕੁਝ ਲਿਆ ਹੈ ਗਵਾ। ਕੀ ਬਾਤ ਹੈ, ਬਹੁਤ ਅੱਛੀ। ਜਿਹਨੂੰ ਵਾਂਗ ਮਾਂ ਪੂਜੋ ਇਹ ਜਮੀ ਤੁਹਾਡੀ ਉਹਨਾਂ ਮੱਲਣੀ, ਜਿਹਨੂੰ ਵਾਂਗ ਮਾਂ ਪੂਜੋ ਇਹ ਜਮੀ ਤੁਹਾਡੀ ਉਹਨਾਂ ਮੱਲਣੀ, ਭੇਡਾਂ ਬੱਕਰੀਆਂ ਵਾਂਗ ਕੋਣਾ ਤੁਹਾਨੂੰ ਮਾਰ ਪੈਣੀ ਝੱਲਣੀ ਜੀ। ਕੰਮ ਕਰ ਖੋ ਵਿਦਿਆ ਵੀ ਖੋਣੀ, ਨੰਗ ਭੁੱਖ ਦੇਣੀ ਹੈ ਫਲਾ, ਹੋਰ ਕੀ ਗਵਾਓਗੇ ਪੰਜਾਬੀਓ, ਸਭ ਕੁਝ ਲਿਆ ਹੈ ਗਵਾ। ਉਪਕਾਰ ਨਾ ਕੋਈ ਗੋਲੇ ਜੋ ਤੁਸਾਂ ਦੇਸ਼ ਲਈ ਕੀਤਾ ਹੈ, ਗੁਰ ਪੀਰਾਂ ਯੋਧਿਆਂ ਦੇਸ਼ ਲਈ ਸਭ ਕੁਝ ਵਾਰ ਦਿੱਤਾ ਹੈ, ਅੱਗੇ ਹੋ ਦੇ ਕੁਰਬਾਨੀਆਂ ਲਿਆ ਸੀ ਦੇਸ਼ ਆਜ਼ਾਦ ਕਰਾ, ਹੋਰ ਕੀ ਗਵਾਓਗੇ ਪੰਜਾਬੀਓ, ਸਭ ਕੁਝ ਲਿਆ ਹੈ ਗਵਾ। ਕਹਿੰਦੇ ਅਣਖ ਦੇ ਤੁਰਲੇ ਪੰਜਾਬੀ ਸਦਾ ਉੱਚੇ ਰੱਖਦੇ, ਗਊ ਗਰੀਬ ਦੀ ਰੱਖਿਆ ਦੇ ਬੋਲ ਸਦਾ ਪੂਰੇ ਕਰਦੇ, ਜਦੋਂ ਪੱਲੇ ਨਹੀਂ ਉਹ ਰਹਿਣਾ ਕੁਝ ਕਿੰਜ ਸਕੋਗੇ ਬੋਲਾਂ ਨੂੰ ਪਗਾ, ਹੋਰ ਕੀ ਗਵਾਓਗੇ ਪੰਜਾਬੀਓ, ਸਭ ਕੁਝ ਲਿਆ ਹੈ ਗਵਾ। ਭਾਵੇਂ ਚਾਣਕ ਨਹੀਂ ਸੀਤਲ ਪਰ ਰਾਜਨੀਤੀ ਜਾਣਦਾ, ਜਾਬਰ ਉਹਦੀ ਅਣਖ ਮਾਰੇ ਜਿਹਦੇ ਪੈਰੀ ਜੂਲਾ ਪਾਉਂਦਾ, ਸਮਝੇ ਨਾ ਚਾਲ ਉਹਦੀ ਜਾਲ ਵਿੱਚ ਲਿਆ ਹੈ ਫਸਾ, ਹੋਰ ਕੀ ਗਵਾਓਗੇ ਪੰਜਾਬੀਓ, ਸਭ ਕੁਝ ਲਿਆ ਹੈ ਗਵਾ, ਹੋਰ ਕੀ ਗਵਾਓਗੇ ਪੰਜਾਬੀਓ, ਸਭ ਕੁਝ ਲਿਆ ਹੈ ਗਵਾ। ਪੁਰਖਿਆਂ ਦਾ ਖੱਟਿਆ ਵੀ ਨਾ ਤੁਹਾਡੇ ਕੋਲੋਂ ਸਾਂਭਿਆ ਗਿਆ, ਨਾ ਤੁਹਾਡੇ ਕੋਲੋਂ ਸਾਂਭਿਆ ਗਿਆ, ਨਾ ਤੁਹਾਡੇ ਕੋਲੋਂ ਸਾਂਭਿਆ ਗਿਆ। ਬਹੁਤ ਵਧੀਆ, ਬਹੁਤ ਅੱਛੇ ਜਿਹੜੀ ਕਵਿਤਾ ਸੀਗੀ, ਜਿਹੜੀ ਨਵੀਂ ਪੀੜ੍ਹੀ ਨੂੰ ਇੱਕ ਵੰਗਾਰ ਕਹਿ ਲਓ, ਇੱਕ ਸਵਾਲ ਆ ਕਿ ਜਿਹੜੀ ਪਿਛਲੀਆਂ ਜਿਹੜੀਆਂ ਵਿਰਾਸਤੀ ਚੀਜ਼ਾਂ ਨੂੰ ਸਾਂਭਣ ਦੀ ਲੋੜ ਹੈ, ਸਾਂਭੋ। ਤੇ ਜਿਹੜੀ ਇਹ ਕਵਿਤਾ ਬਹੁਤ ਵਧੀਆ। ਮੰਗਾ ਸਾਹਿਬ, ਸਮੇਂ ਦੀ ਕਮੀ ਆ, ਗੱਲਾਂ ਬਹੁਤ ਸਾਰੀਆਂ ਹੋਰ ਨੇ। ਜਾਂਦੇ ਜਾਂਦੇ ਆਪਾਂ ਇੱਕ ਸੁਨੇਹਾ ਜਿਹੜਾ ਤੁਸੀਂ ਦਰਸ਼ਕਾਂ ਨੂੰ ਦੇਣਾ ਚਾਹੋਗੇ, ਨਵਿਆਂ ਨੂੰ, ਲੇਖਕਾਂ ਨੂੰ ਦੇਣਾ ਚਾਹੋਗੇ, ਕੋਈ ਇੱਕ ਸੰਦੇਸ਼ ਆਪਣੇ ਵੱਲੋਂ ਜਿਹੜਾ, ਉਸ ਤੋਂ ਬਾਅਦ ਆਪਾਂ ਇੱਕ ਪਹਿਲਾ ਸੰਦੇਸ਼ ਵੀ ਆਪਾਂ ਇੱਕ ਕਵਿਤਾ ਵੀ ਜਾਂਦੇ ਜਾਂਦੇ ਤੱਕ ਸੁਣਾਂਗੇ। ਪਹਿਲਾਂ ਸੰਦੇਸ਼। ਹਾਂਜੀ। ਮੈਂ ਸੰਦੇਸ਼ ਦੇਣ ਦੇ ਕਾਬਲ ਤਾਂ ਨਹੀਂ ਹਾਂ, ਨਾ ਸਮਝਦਾ ਹਾਂ। ਮੈਨੂੰ ਜ਼ਿੰਦਗੀ 'ਚ ਦੋ ਗੱਲਾਂ ਵਿਰਾਸਤ ਵਿੱਚ ਪ੍ਰਾਪਤ ਹੋਈਆਂ ਜੋ ਕਿ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ। ਪਹਿਲੇ ਨੰਬਰ ਤੇ ਜ਼ਿੰਦਗੀ ਵਿੱਚ ਸਫਲਤਾ ਲਈ ਮਿਹਨਤ ਤੋਂ ਦੂਸਰਾ ਬਦਲ ਕੋਈ ਹੈ ਹੀ ਨਹੀਂ। ਦੂਸਰੀ ਗੱਲ, ਤੁਸੀਂ ਆਪਣੇ ਆਪ ਨੂੰ, ਚਲੋ ਮੈਂ ਤੁਹਾਨੂੰ ਖੁੱਲ੍ਹ ਦੇਣਾ, ਜਿਸ ਅਵਸਥਾ ਵਿੱਚ ਵੀ ਬੈਠੇ ਹੋ ਜ਼ਿੰਮੇਵਾਰ ਸਮਝੋ। ਜੇ ਤੁਸੀਂ ਪਰਿਵਾਰ ਦੇ ਮੁਖੀ ਹੋ, ਪਰਿਵਾਰ ਵਿੱਚ ਕੋਈ ਵੀ ਉਲਝਣ, ਕੋਈ ਵੀ ਕਮੀ, ਕੋਈ ਵੀ ਬੱਚਾ ਗਲਤੀ ਕਰਦਾ, ਕੋਈ ਵੀ ਪਰਿਵਾਰ ਦਾ ਮੈਂਬਰ ਗਲਤੀ ਕਰਦਾ, ਉਹਦੀ ਕੋਈ ਗਲਤੀ ਨਹੀਂ ਹੈ, ਜ਼ਿੰਮੇਵਾਰੀ ਤੁਹਾਡੀ ਹੈ। ਜਾਂ ਤਾਂ ਤੁਸੀਂ ਉਹਨੂੰ ਸਹੀ ਗਾਈਡ ਨਹੀਂ ਕੀਤਾ, ਜਾਂ ਉਹਨੂੰ ਸਹੀ ਵਾਤਾਵਰਣ ਨਹੀਂ ਦਿੱਤਾ। ਤੇ ਇਸ ਦੇ ਨਾਲ ਹੀ ਇੱਕ ਮੈਂ ਆਪਣੇ ਪਿਤਾ ਜੀ ਦਾ ਮੈਨੂੰ ਜੋ ਆਸ਼ੀਰਵਾਦ ਦਿੱਤਾ ਹੈ ਉਹ ਤੁਹਾਡੇ ਨਾਲ ਸਾਂਝੀ ਕਰਦਾ। ਉਹ ਇਹ ਹੈ ਕਿ ਮੇਰੇ ਪਿਤਾ ਜੀ ਨੇ ਮੈਨੂੰ ਕਿਹਾ ਸੀਗਾ, ਕਾਕਾ ਦੁਸ਼ਮਣ ਦਾ ਕੀ ਮਾਰਨਾ, ਤੁਸੀਂ ਉਹਨੂੰ ਮਿੱਤਰ ਬਣਾ ਲਓ, ਆਪਣੇ 'ਚ ਗੁਣ ਪੈਦਾ ਕਰੋ, ਤਾਂ ਤੁਹਾਡੇ ਆਲੇ ਦੁਆਲੇ ਮਿੱਤਰ ਹੀ ਮਿੱਤਰ ਹੋਣਗੇ, ਤੁਹਾਡੇ ਕਦਰਦਾਨ ਹੋਣਗੇ ਜੇ ਤੁਹਾਡੇ 'ਚ ਕੋਈ ਗੁਣ ਹੈ। ਮੈਂ ਮਹਿਸੂਸ ਕਰਦਾ ਜੇ ਇਹ ਗੁਣ ਹੋਵੇ ਤਾਂ ਸਾਡੀਆਂ ਲੜਾਈਆਂ ਛੋਟੇ ਪੱਧਰ ਦੀਆਂ, ਵੱਡੇ ਪੱਧਰ ਦੀਆਂ, ਇੱਥੋਂ ਤੱਕ ਵਿਸ਼ਵ ਪੱਧਰ ਦੀਆਂ ਵੀ ਸਮਾਪਤ ਹੋ ਜਾਣਗੀਆਂ। ਇੰਨੇ ਕਹਿਣ ਨਾਲ ਮੈਂ ਤੁਹਾਡੇ ਨਾਲ ਗੱਲ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ। ਦਰਸ਼ਕਾਂ ਤੋਂ ਆਪਾਂ ਵਿਦਾ ਲੈਣ ਤੋਂ ਪਹਿਲਾਂ ਇੱਕ ਤੁਹਾਡੀ ਪਸੰਦ ਜਿਹੜੀ ਤੁਹਾਨੂੰ ਬਹੁਤ ਵਧੀਆ ਕਵਿਤਾ ਚੰਗੀ ਲੱਗਦੀ ਆ, ਆਪਾਂ ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ। ਇੱਕ ਕਵਿਤਾ ਸੀਤਾਰਾਮ ਮੰਗਾ ਜੀ ਹੁਣੀ ਆਪਣੀ ਪਸੰਦ ਦੀ ਸਾਨੂੰ ਸੁਣਾਉਣਗੇ। ਹਾਂਜੀ, ਜਿਹੜੀ ਆ ਉਹਨਾਂ ਦੀ ਆਪਣੀ ਜਿਹੜੀ ਪੁਸਤਕ ਕਿਤਾਬ ਦੇ ਵਿੱਚੋਂ ਇੱਕ ਕਵਿਤਾ ਉਹਨਾਂ ਦੇ ਕੋਲ ਸੁਣਦੇ ਆ। ਵਿਸ਼ੇ ਨੇ ਕਿਹੜੇ ਵਿਸ਼ਾ ਲੈ ਕੇ ਆਪਣੀ ਪਟਾਰੀ ਦੇ ਵਿੱਚ ਉਹ ਲੈ ਕੇ ਸਾਨੂੰ ਕੱਢ ਕੇ ਦਿਖਾਉਂਦੇ ਨੇ ਕਿ ਕਿਹੜਾ ਵਿਸ਼ਾ ਤੇ ਕਿਸ ਤਰ੍ਹਾਂ ਦੀ ਕਵਿਤਾ। ਹਾਂਜੀ ਮੰਗਾ ਜੀ, ਜਿਹੜੀ ਕਵਿਤਾ। ਹਾਂਜੀ, ਕਵਿਤਾ ਇੱਕ ਤੁਹਾਡੇ ਨਾਲ ਛੋਟੀ ਜਿਹੀ ਸਾਂਝੀ ਕਰਨੀ ਚਾਹੁੰਦਾ ਸੀਗਾ ਪਰ ਚਲੋ ਮੈਂ ਉਹਦਾ ਛੋਟਾ ਜਿਹਾ ਸਾਂਝੂ ਕਰ ਲੈਣਾ। ਉਹ ਹੈ ਕਿ ਸਾਡੇ ਜਿਹੜੇ ਬੱਚੇ ਆ, ਅਸੀਂ ਉਹਨਾਂ ਦਾ ਬਚਪਨ ਰੋਲ ਦਿੱਤਾ ਹੈ। ਕਵਿਤਾ ਹੈ
ਮੇਰਾ ਬਚਪਨ ਕਿੱਥੇ ਹੈ ਹੁਣ ਮੇਰਾ ਬਚਪਨ। ਨਾ ਹੁਣ ਕੋਈ ਗੋਦ ਖੜਾਉਂਦਾ, ਨਾ ਹੁਣ ਕੋਈ ਲੋਰੀ ਸੁਣਾਉਂਦਾ, ਨਾ ਬਹਿਲਾਵੇ ਕੋਈ ਮੇਰਾ ਮਨ। ਮੇਰਾ ਬਚਪਨ ਬਹੁਤ ਵਧੀਆ। ਜਦੋਂ ਮੈਂ ਹਾਲੇ ਤੁਰਨਾ ਸਿੱਖਿਆ, ਜਦੋਂ ਮੈਂ ਹਾਲੇ ਬੋਲਣਾ ਸਿੱਖਿਆ, ਛੱਡ ਆਏ ਮੈਨੂੰ ਕਿੰਡਰਗਾਰਟਨ। ਮੇਰਾ ਬਚਪਨ ਜੀ। ਕਿੰਜ ਸੋਚਾਂ ਨਟਖਟ ਹੋਣਾ ਹੁੰਦੇ ਹਾਸੇ, ਕਿੱਥੇ ਫੁੱਲ ਤਿਤਲੀਆਂ ਰੰਗ ਤਮਾਸ਼ੇ, ਕਿੱਥੇ ਨੱਚਣਾ ਟੱਪਣਾ ਤੇ ਉਛਲਣ। ਮੇਰਾ ਬਚਪਨ ਬਹੁਤ ਵਧੀਆ। ਫਿਰ ਸਕੂਲ ਦਾਖਲ ਕਰਵਾਇਆ, ਭਾਰਾ ਬਸਤਾ ਮੋਢੇ ਲਮਕਾਇਆ, ਕੌਣ ਜਾਣਦਾ ਮੇਰੀ ਤੜਪਣ। ਮੇਰਾ ਬਚਪਨ ਜੀ। ਕੌਣ ਮੇਰੀ ਪੀੜ ਦੂਰ ਕਰੇ, ਮੇਰੇ ਜੀਵਨ ਸੋਹਣੇ ਰੰਗ ਭਰੇ, ਕੌਣ ਮੇਰੇ ਮਨ ਨੂੰ ਸਮਝਣ। ਮੇਰਾ ਬਚਪਨ ਕਿੱਥੇ ਹੈ ਹੁਣ ਮੇਰਾ ਇੱਕ ਹਫ਼ਤਾ ਹੋਰ। ਜੀ ਮੈਂ ਹੁਣ ਜੀ ਆਪਾਂ ਦਰਸ਼ਕੋ ਇੱਕ ਕਵਿਤਾ ਹੋਰ ਬੰਗਾ ਜੀ ਤੋਂ ਸੁਣਦੇ ਹਾਂ। ਹਾਂਜੀ, ਇਹ ਜਿਗਰ ਪਾਰਾ ਸੀਗਾ ਜੋ ਤੁਹਾਡਾ ਸਾਂਝਾ ਕਰਕੇ ਹਟਿਆ। ਜੀ। ਮੇਰੀ ਬੇਨਤੀ ਹੈ ਹੱਥ ਜੋੜ ਕੇ ਤੁਸੀਂ ਵੀ ਇਸ ਪੀੜ ਨੂੰ ਮਹਿਸੂਸ ਕਰਿਓ। ਤੁਸੀਂ ਆਪਣੇ ਬੱਚਿਆਂ ਦਾ ਬਚਪਨ ਹੀ ਨਹੀਂ ਲਤਾੜਿਆ, ਉਹਦੀ ਜ਼ਿੰਦਗੀ ਲਤਾੜ ਦਿੱਤੀ ਆ। ਉਹ ਤੁਹਾਡਾ ਬੱਚਾ ਨਹੀਂ ਰਿਹਾ ਹੁਣ, ਉਹ ਕਿਤਾਬਾਂ ਦਾ ਮੋਬਾਈਲ ਦਾ ਬੱਚਾ ਹੋ ਗਿਆ ਹੈ। ਬਿਲਕੁਲ ਜੀ। ਹਾਂਜੀ, ਇੱਕ ਕਵਿਤਾ ਜਿਹੜੀ ਕਿੰਜ ਸੁਣਾਵਾਂ ਦੋਸਤਾ ਮੈਂ ਹਾਲ ਤੇਰੇ ਸ਼ਹਿਰ ਦਾ। ਕਿੰਜ ਸੁਣਾਵਾਂ ਦੋਸਤਾ ਮੈਂ ਹਾਲ ਤੇਰੇ ਸ਼ਹਿਰ ਦਾ, ਹੈਵਾਨ ਹੀ ਸੁਲਤਾਨ ਬਣਿਆ ਯਾਰ ਤੇਰੇ ਸ਼ਹਿਰ ਦਾ। ਬਹੁਤ ਵਧੀਆ, ਕੀ ਬਾਤ ਹੈ। ਉਂਝ ਤਾਂ ਹਰ ਕੋਈ ਜੀ ਰਿਹਾ ਨਕਲੀ ਮੁਖੌਟੇ ਪਹਿਨ ਕੇ, ਜਾਪਦਾ ਹਰ ਸ਼ਖਸ ਭੋਗੇ ਵਕਤ ਇੱਥੇ ਕਹਿਰ ਦਾ। ਜ਼ਿੰਦਗੀ ਨੂੰ ਲੱਭਦਿਆਂ ਹਰ ਥਾਂ ਪੱਥਰ ਮਿਲੇ ਆਦਮੀ, ਜ਼ਿੰਦਗੀ ਨੂੰ ਲੱਭਦਿਆਂ ਹਰ ਥਾਂ ਪੱਥਰ ਮਿਲੇ ਆਦਮੀ। ਜੀ। ਜ਼ਿੰਦਗੀ ਕੂਚ ਕਰ ਗਈ ਪਰਛਾਵਾਂ ਦਿਸਿਆ ਗੈਰ ਦਾ। ਕੀ ਬਾਤ ਹੈ, ਬਹੁਤ ਅੱਛੇ। ਉਂਝ ਤਾਂ ਕਹਿਣ ਨੂੰ ਲੋਕਾਂ ਦੇ ਚੁੱਲ੍ਹੇ ਹਨ ਸਹਿਕਦੇ, ਹਰਨ ਵਾਲਾ ਜਾਪਦਾ ਜਿਵੇਂ ਘੁੱਟ ਹੁੰਦਾ ਜ਼ਹਿਰ ਦਾ। ਜੀ, ਬਹੁਤ ਵਧੀਆ। ਲੋਕਾਂ ਹੱਥੋਂ ਰੋਟੀ ਖੋਣੀ ਧਰਮ ਬਣਾਇਆ ਹਾਕਮਾਂ, ਲੋਕਾਂ ਬੇਰੁਜ਼ਗਾਰ ਕਰਨਾ ਸ਼ੁਗਲ ਤੇਰੇ ਸ਼ਹਿਰ ਦਾ। ਬਹੁਤ ਵਧੀਆ, ਕੀ ਬਾਤ ਹੈ। ਹੈਰਾਨ ਹਾਂ ਸਭ ਵੇਖ ਕੇ ਜਬਰ ਖੁੱਲ ਕੇ ਨੱਚ ਰਿਹਾ, ਕਿਉਂ ਨਾਵਰ ਨਹੀਂ ਬਣਿਆ ਕੋਈ ਸ਼ਖਸ ਤੇਰੇ ਸ਼ਹਿਰ ਦਾ। ਬਹੁਤ ਅੱਛੇ, ਬਹੁਤ ਵਧੀਆ ਜੀ। ਇੱਕ ਵਾਰ ਮੈਂ ਫੇਰ ਰਿਪੀਟ ਕਰਦਾ, ਹੈਰਾਨ ਹਾਂ ਸਭ ਵੇਖ ਕੇ ਜਬਰ ਖੁੱਲ ਕੇ ਨੱਚ ਰਿਹਾ, ਕਿਉਂ ਨਾਵਰ ਨਹੀਂ ਬਣਿਆ ਕੋਈ ਸ਼ਖਸ ਤੇਰੇ ਸ਼ਹਿਰ ਦਾ। ਜੀ। ਜ਼ਿੰਦਗੀ ਤੇ ਮੌਤ ਵਿੱਚ ਫਰਕ ਕੋਈ ਨਹੀਂ ਜਾਣਦਾ, ਜ਼ਿੰਦਗੀ ਤੇ ਮੌਤ ਵਿੱਚ ਕੋਈ ਫਰਕ ਨਹੀਂ ਜਾਣਦਾ, ਮਰ ਮਰ ਕੇ ਜੀ ਰਿਹਾ ਹੈ ਹਰ ਸ਼ਖਸ ਤੇਰੇ ਸ਼ਹਿਰ। ਬਹੁਤ ਅੱਛੇ, ਬਹੁਤ ਵਧੀਆ। ਸੀਤਲ ਬਾਲ ਦੀਵੇ ਲਾਵੇਗਾ ਰੰਗ ਇੱਕ ਦਿਨ ਯਤਨ, ਸੀਤਲ ਬਾਲ ਦੀਵੇ ਜੀ ਲਾਵੇਗਾ ਰੰਗ ਇੱਕ ਦਿਨ ਯਤਨ, ਜਦ ਰੋਸ਼ਨ ਜਮੀਰ ਹੋਇਆ ਹਰ ਸ਼ਖਸ ਤੇਰੇ ਸ਼ਹਿਰ ਦਾ। ਬਹੁਤ ਕੀ ਬਾਤ ਹੈ, ਬਹੁਤ ਅੱਛੇ। ਇੰਜ ਸੁਣਾਵਾਂ ਦੋਸਤਾ ਮੈਂ ਹਾਲ ਤੇਰੇ ਸ਼ਹਿਰ ਦਾ। ਜੀ। ਹਵਾਨ ਹੀ ਸੁਲਤਾਨ ਬਣਿਆ ਯਾਰ ਤੇਰੇ ਸ਼ਹਿਰ ਦਾ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ। ਇਹ ਸੀ ਸਾਡੇ ਨਾਲ ਸੀਤਾਰਾਮ ਬੰਗਾ ਜੀ। ਸੀਤਾਰਾਮ ਬੰਗਾ ਜੀ, ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਟਾਈਮ ਕੱਢਿਆ। ਬਾਜ ਟੀਵੀ ਦੀ ਪੂਰੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਹਾਂਜੀ, ਮੈਂ ਸੱਚੀ ਪੁੱਛਿਓ ਤਹਿ ਦਿਲੋਂ ਮੈਂ ਤੁਹਾਡਾ ਸਭ ਦਾ ਧੰਨਵਾਦ ਹਾਂ ਕਿ ਮੈਨੂੰ ਪਾਠਕਾਂ ਦੇ ਰੂਬਰੂ ਹੋਣ ਦਾ ਤੁਸੀਂ ਵਧੀਆ ਮੌਕਾ ਦਿੱਤਾ। ਬਹੁਤ ਬਹੁਤ ਧੰਨਵਾਦ ਜੀ। ਸਾਰੀ ਬਾਜ ਟੀਮ ਦਾ ਸ਼ੁਕਰਗੁਜ਼ਾਰ ਹਾਂ। ਮੈਂ ਹਾਂ ਸੀਤਲ ਰਾਮ ਬੰਗਾ ਜੀ। ਦਰਸ਼ਕੋ, ਹੁਣ ਦਿਓ ਇਜਾਜ਼ਤ, ਸਮਾਂ ਹੋ ਗਿਆ ਤੇ ਕੱਲ ਫੇਰ ਮਿਲਾਂਗੇ ਇੱਕ ਨਵੀਂ ਸ਼ਖਸੀਅਤ ਦੇ ਨਾਲ, ਇੱਕ ਨਵਾਂ ਚਿਹਰਾ ਲੈ ਕੇ। ਤੇ ਮੈਂ ਜਸਵਿੰਦਰ ਦੂੜਾ ਤੁਹਾਡੇ ਕੱਲ ਫੇਰ ਸਨਮੁਖ ਹੋਵਾਂਗਾ ਇੱਕ ਨਵਾਂ ਚਿਹਰਾ ਲੈ ਕੇ, ਨਵੀਂ ਸ਼ਖਸੀਅਤ ਨੂੰ ਲੈ ਕੇ। ਹੁਣ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।